ਸਾਹਿਬ ਜੀ। ਅੰਤ ਨ ਪਾਵਤ ਦੇਵ ਸਰਬੈ ਮੁਨ, ਇੰਦਰ ਮਹਾਸਿਵ ਜੋਗ ਕਰੀ। ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਜਗ ਔਰ ਨ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ। ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੂਕਹਿ ਰੇ ਮਨ, ਭੇਦ ਬਭੇਦ ਨ ਜਾਣਬੀਓ। ਪਰਤਛ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲੋ ਨਹੀਂ ਭਾਗ ਲੀਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦੱਖਣੇ ਮਹੱਲਾ ਪੰਜਵਾ। ਨਾਨਕ ਕੱਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ।
ਓਏ ਜੀਵੰਦੇ ਵਿਛੜਹਿ, ਓਏ ਮੋਇਆ ਨਾ ਜਾਹੀ ਛੋੜ। ਨਾਨਕ ਕੱਚੜ ਆਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀਵੰਦੇ ਵਿਛੜਹਿ, ਓਏ ਮੋਇਆ ਨਾ ਜਾਹੀ ਛੋੜ। ਮਹੱਲਾ ਪੰਜਵਾ। ਨਾਨਕ ਬਿਜਲੀਆਂ ਚਮਕਨ, ਘੁਰਨ ਘਟਾ ਅਤ ਕਾਲੀਆ। ਬਰਸਨ ਮੇਘ ਅਪਾਰ, ਨਾਨਕ ਸੰਗਮ ਪਿਰੀ ਸੁਹੰਦੀਆ। ਮਹੱਲਾ ਪੰਜਵਾ। ਜਲ ਥਲ ਨੀਰ ਭਰੇ, ਸੀਤਲ ਪਵਨ ਝੁਲਾਰ ਦੇ। ਸੇਜੜੀਆ ਸੋਇ ਅੰਨ, ਹੀਰੇ ਲਾਲ ਚੜੰਦੀਆ। ਸੋਬਰ ਕੱਪੜ ਭੋਗ, ਨਾਨਕ ਪਿਰੀ ਬਿਹੂਣੀ ਤਤੀਆ। ਪੌੜੀ। ਕਾਰਨ ਕਰਤੈ ਜੋ ਕੀਆ, ਸੋਈ ਹੈ ਕਰਣਾ। ਜੇ ਸੋ ਧਾਵਹਿ ਪ੍ਰਾਣੀਆ, ਪਾਵਹਿ ਧੁਰ ਲਹਿਣਾ। ਬਿਨ ਕਰਮਾ ਕਿਛੂ ਨ ਲੱਭਈ, ਜੇ ਫਿਰਹਿ ਸਭ ਧਰਣਾ। ਗੁਰ ਮਿਲ ਭਉ ਗੋਬਿੰਦ ਕਾ, ਭੈ ਡਰ ਦੂਰ ਕਰਨਾ। ਭੈ ਤੇ ਬੈਰਾਗ ਊਪਜੈ, ਹਰ ਖੋਜਤ ਫਿਰਨਾ। ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨ ਮਰਣਾ। ਹਿਆਏ ਕਮਾਏ ਧਿਆਇਆ, ਪਾਇਆ ਸਾਧ ਸਰਣਾ। ਬੋਹਿਥ ਨਾਨਕ ਦਿਓ ਗੁਰ, ਜਿਸ ਹਰ ਚੜਾਏ ਤਿਸ ਭਉ ਜਲ ਤਰਨਾ। ਹਿਆਏ ਕਮਾਏ ਧਿਆਇਆ, ਪਾਇਆ ਸਾਧ ਸਰਣਾ। ਬੋਹਿਥ ਨਾਨਕ ਦਿਓ ਗੁਰ, ਜਿਸ ਹਰ ਚੜਾਏ ਤਿਸ ਭਉ ਜਲ ਤਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਬਰ ਛਤਰ ਤਖ਼ ਦੇ ਮਾਲਕ, ਬਾਣੀ ਕੇ ਬੋਹਿਥ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਏ। ਬਾਣੀ ਕੇ ਬੋਹਿਥ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪਾਂ ਸਾਰੇ ਹੀ ਵਡਭਾਗੇ ਹਾਂ
जो गुरु कलगीधर सतगुरु अमृत के दाते ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਦੱਖਣੇ ਦੀ ਵਾਰ ਦੀ ਆਪ ਸੰਗਤਾਂ ਵਿਚਾਰ ਸਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਲੋਕ ਆਪ ਜੀ ਨੇ ਪੌੜੀ ਦੇ ਸਹਿ ਸਰਵਣ ਕੀਤਾ ਹੈ। ਕੱਲ੍ਹ ਵਾਲੀ ਵਿਚਾਰ ਦੇ ਵਿੱਚ ਸ਼ਲੋਕ ਤੇ ਮਹੱਲਿਆਂ ਦੀ ਵਿਚਾਰ ਹੋਈ ਸੀ ਤੇ ਪੌੜੀ ਦੀ ਵਿਚਾਰ ਹਲੇ ਬਾਕੀ ਹੈ, ਜਿਹਦੇ 'ਚ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਇਹ ਪਾਵਨ ਉਪਦੇਸ਼ ਬਖਸ਼ਿਆ ਕਿ ਭਾਈ ਕੱਚੇ ਪਿੱਲਿਆਂ ਦੇ ਲੜ ਨਹੀਂ ਲੱਗਣਾ, ਕੱਚੇ ਪਿੱਲਿਆਂ ਨਾਲ ਆਪਣੀ ਯਾਰੀ ਦੋਸਤੀ ਛੱਡ ਦੇ। ਜਿਹੜੇ ਰੱਬ ਦੇ ਪਿਆਰੇ ਸੰਤ ਜਨ ਗੁਰਮੁਖ ਜਨ ਹਨ, ਉਹਨਾਂ ਗੁਰਮੁਖਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਕਰੇਗਾ ਫਿਰ ਤੂੰ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਕਿਉਂਕਿ ਇਹਨਾਂ ਦੋਨਾਂ ਵਿੱਚ ਫਰਕ ਹੈ। ਇੱਕ ਪਾਸੇ ਰੱਬ ਦੇ ਪਿਆਰੇ ਹੋਣ, ਇੱਕ ਪਾਸੇ ਕੱਚੇ ਪਿੱਲੇ ਹੋਣ। ਤੇ ਸਤਿਗੁਰੂ ਕਹਿੰਦੇ ਨੇ ਓਏ ਜੀਵੰਦੇ ਵਿਛੜ ਹੈ, ਓਏ ਮੋਇਆ ਨਾ ਜਾਹੀ ਛੋੜ। ਜਿਹੜੇ ਕੱਚੇ ਪਿੱਲੇ ਨੇ ਨਾ, ਉਹ ਜਿਉਂਦਿਆਂ ਜੀ ਜੀਵ ਦਾ ਸਾਥ ਛੱਡ ਦਿੰਦੇ ਨੇ, ਪਰ ਜਿਹੜੇ ਰੱਬ ਦੇ ਪਿਆਰੇ ਹਨ ਉਹ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ ਹਨ। ਉਹ ਹਰ ਸਮੇਂ ਆਪਣੇ ਪਿਆਰਿਆਂ ਦੇ ਨਾਲ ਰਹਿੰਦੇ ਹਨ। ਫਿਰ ਅਗਲੇ ਮਹੱਲੇ 'ਚ ਪਾਤਸ਼ਾਹ ਜੀ ਨੇ ਜਿਵੇਂ ਸੌਣ ਭਾਦੋਂ ਦੇ ਵਿੱਚ ਵਰਖਾ ਹੁੰਦੀ ਹੈ, ਆਕਾਸ਼ 'ਚ ਸਾਉਣ ਦੇ ਮਹੀਨੇ 'ਚ ਬਿਜਲੀ ਲਿਸ਼ਕਦੀ ਹੈ, ਬੱਦਲ ਗਰਜਦੇ ਨੇ, ਤੇ ਉਹ ਸਤਿਗੁਰੂ ਮਹਾਰਾਜ ਇਸ ਪਾਵਨ ਸ਼ਬਦ ਰਾਹੀਂ ਉਪਦੇਸ਼ ਦੇ ਕੇ ਸਮਝਾ ਰਹੇ ਹਨ। ਕਹਿੰਦੇ ਨੇ ਆਕਾਸ਼ ਵਿੱਚ ਬਿਜਲੀਆਂ ਚਮਕ ਰਹੀਆਂ ਹਨ ਤੇ ਕਾਲੀ ਘਟਾ ਝੜੀ ਹੋਈ ਹੈ, ਉਹ ਘੁਰ ਘੁਰ ਕਰ ਰਹੀ ਹੈ ਤੇ ਬਹੁਤ ਸਾਰੀ ਵਰਖਾ ਹੋਣ ਲੱਗ ਪਈ। ਬਹੁਤ ਸਾਰੀ ਵਰਖਾ ਹੋਈ, ਨਕਾ ਨਕ ਪਾਣੀ ਜਿਹੜਾ ਹੈ ਉਹ ਧਰਤੀ ਉੱਤੇ ਆ ਗਿਆ। ਤੇ ਇਸ ਤਰੀਕੇ ਦੇ ਨਾਲ ਇਹਨਾਂ ਸਾਉਣ ਦੇ ਮਹੀਨਿਆਂ ਵਿੱਚ ਕਾਲੀਆਂ ਘਟਾਂ ਦੇ ਵਿੱਚ ਉਹ ਜੀਵ ਇਸਤਰੀਆਂ ਸੋਭਾ ਪਾਉਂਦੀਆਂ ਨੇ ਜਿਹੜੀਆਂ ਆਪਣੇ ਪਿਰ ਪਤੀ ਪਰਮੇਸ਼ਰ ਦੇ ਕੋਲ ਹੁੰਦੀਆਂ ਨੇ, ਜਿਨ੍ਹਾਂ ਦਾ ਮਿਲਾਪ ਆਪਣੇ ਪਤੀ ਪਰਮੇਸ਼ਰ ਨਾਲ ਹੋ ਜਾਂਦਾ ਹੈ। ਫਿਰ ਉਸ ਆਨੰਦ ਨੂੰ ਉਹ ਮਾਣਦੀਆਂ ਹਨ। ਤੇ ਗੁਰੂ ਸਾਹਿਬਾਨ ਜੀ ਫਿਰ ਕਹਿੰਦੇ ਨੇ ਕਿ ਜਦੋਂ ਵਰਖਾ ਹੁੰਦੀ ਹੈ, ਸਾਰਾ ਜਲ ਥਲ ਇਤਿਆਦਿਕ ਜਿੰਨੇ ਵੀ ਟੋਏ ਹਨ, ਟਿੱਬੇ ਹਨ, ਇਹ ਸਾਰੇ ਹੀ ਪਾਣੀ ਨਾਲ ਨਕਾ ਨਕ ਭਰ ਜਾਂਦੇ ਹਨ। ਤੇ ਬੜੀ ਜਦੋਂ ਇਹ ਭਰੇ ਹੁੰਦੇ ਨੇ, ਉੱਧਰੋਂ ਦਰੱਖਤਾਂ ਤੋਂ ਹਵਾ ਚੱਲਦੀ ਹੈ, ਉਹ ਠੰਡੀ ਠੰਡੀ ਸੀਤ ਹਵਾ ਜੋ ਮਨ ਨੂੰ ਸਕੂਨ ਪਹੁੰਚਾਉਂਦੀ ਹੈ। ਇਸ ਤਰੀਕੇ ਦੇ ਨਾਲ ਫਿਰ ਜਿਹੜੇ ਗੁਰਮੁਖ ਜਨ ਹਨ ਤੇ ਸਤਿਗੁਰੂ ਕਹਿੰਦੇ ਨੇ ਇਸ ਤਰੀਕੇ ਠੰਡੀ ਠੰਡੀ ਸੀਤ ਹਵਾ ਵਗਦੀ ਹੈ। ਸੇਜੜੀਆਂ ਸੋਇਨ ਹੀਰੇ ਲਾਲ ਜਣੰਦੀਆਂ, ਸੋਬਰ ਕੱਪੜ ਭੋਗ ਨਾਨਕ ਪੀਰੀ ਬਿਹੂਣੀ ਤੱਤੀਆ। ਤੇ ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਫਿਰ ਉਹ ਮਾਨੋ ਇਸ ਤਰੀਕੇ ਨਾਲ ਸੁੰਦਰ ਸੇਜਾ, ਕਹਿੰਦੇ ਸੋਨੇ ਦੀ ਸੇਜਾ ਬਣੀ ਹੋਵੇ
ਸੋਨੇ ਦੀ ਸੇਜਾ ਜਿਹਦੇ ਉੱਚ ਜਿਹਦਾ ਪਲੰਗ ਹੈ, ਪਲੰਗ ਉੱਤੇ ਹੀਰੇ ਇਤਿਆਦਿਕ ਜਵਾਹਰ ਜੜਤ ਕੀਤੇ ਹੋਣ। ਸੋਹਣੇ ਕਹਿੰਦੇ ਵਸਤਰ ਜਿਹੜੀ ਜੀਵ ਇਸਤਰੀ ਨੇ ਪਹਿਨੇ ਹੋਣ। ਜਿਵੇਂ ਇੱਕ ਲੜਕੀ ਦੀ ਸ਼ਾਦੀ ਹੁੰਦੀ ਹੈ, ਉਹ ਸੁਹਾਗ ਵੇਲੇ ਸੁਹਾਗ ਦਾ ਜੋੜਾ ਪਹਿਨਦੀ ਹੈ। ਕਹਿੰਦੇ ਇਸ ਤਰੀਕੇ ਨਾਲ ਸ਼ਿੰਗਾਰ ਕਰਕੇ ਸੋਨੇ ਦੀ ਸੇਜਾ ਉੱਤੇ ਜੀਵ ਇਸਤਰੀ ਬੈਠੀ ਹੋਵੇ ਤੇ ਉਡੀਕ ਕਰਦੀ ਹੋਵੇ ਕਿ ਮੇਰੇ ਪਿਰ ਪਤੀ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੋ ਜਾਵੇ, ਮੇਰਾ ਪਤੀ ਨਾਲ ਮਿਲਾਪ ਹੋ ਜਾਵੇ। ਤੇ ਸਤਿਗੁਰੂ ਕਹਿੰਦੇ ਨੇ ਪਰ ਜੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ, ਜਿੰਨੇ ਵੀ ਧਰਮ ਦੇ ਨਿਮਿਤ ਇਹ ਜੀਵ ਇਸਤਰੀ ਤੇ ਸ਼ਿੰਗਾਰ ਕੀਤੇ ਨੇ ਨਾ, ਉਹ ਤੇਰੇ ਸਾਰੇ ਵਿਅਰਥ ਨੇ। ਤੂੰ ਪਿਰ ਪਤੀ ਤੋਂ ਝੂਰਦੀ ਰਹੇਗੀ ਵਿਛੋੜੇ ਦੇ ਦੁੱਖ ਵਿੱਚ, ਤੇਰਾ ਉਸ ਮਾਲਕ ਨਾਲ ਮਿਲਾਪ ਨਹੀਂ ਹੋਵੇਗਾ। ਜਿਵੇਂ ਵਰਖਾ ਹੋਣ ਦੇ ਰਾਹ ਨਾਲ ਜਿਹੜੀ ਧਰਤੀ ਹੈ ਉਹ ਪਾਣੀ ਨਾਲ ਭਰ ਜਾਂਦੀ ਹੈ, ਟੋਏ ਟਿੱਬੇ ਇਤਿਆਦਿਕ ਸਾਰੇ ਹੀ ਠੰਡੀ ਠੰਡੀ ਸੀਤ ਹਵਾ ਚੱਲਦੀ ਹੈ। ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਜਿਹੜੇ ਨਾਮ ਰਸੀਏ ਬੰਦਗੀ ਕਰਨ ਵਾਲੇ ਨੇ ਨਾ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ, ਟਿਕਾ ਆ ਜਾਂਦਾ ਜਿਨ੍ਹਾਂ ਨੂੰ, ਫਿਰ ਉਹਨਾਂ ਦੇ ਹਿਰਦੇ ਰੂਪੀ ਘਰ ਵਿਸ਼ੇ ਵਿਕਾਰਾਂ ਦੀ ਥਾਂ ਤੇ, ਵਿਸ਼ੇ ਵਿਕਾਰਾਂ ਦੀ ਥਾਂ ਤੇ ਨਾਮ ਜਲ ਜਿਹੜਾ ਆ ਕੇ ਟਿਕ ਜਾਂਦਾ ਹੈ। ਜਿਵੇਂ ਹਵਾ ਚੱਲਣਾ, ਠੰਡੀ ਹਵਾ ਚੱਲਦੀ ਹੈ, ਸੀਤ ਹਵਾ ਚੱਲ ਜੋ ਸਾਰਨ ਸੁੱਖ ਦਿੰਦੀ ਹੈ, ਇਸੇ ਤਰੀਕੇ ਦੇ ਨਾਲ ਉਹਨਾਂ ਫਿਰ ਗੁਰਮੁਖਾਂ ਦੇ ਹਿਰਦੇ ਵਿੱਚ ਜਿਹੜਾ ਸ਼ੀਤਲ ਸੁਭਾਅ ਉਹਨਾਂ ਦਾ ਪੈਦਾ ਹੋ ਜਾਂਦਾ ਹੈ, ਉਹਨਾਂ ਦਾ ਅੰਦਰ ਠੰਡਾ ਹੋ ਜਾਂਦਾ ਹੈ। ਕਿਉਂਕਿ ਕਲ ਤਾਤੀ ਠਾਂਡਾ ਹਰ ਨਾਉ, ਕਲਯੁਗ ਤੱਤਾ ਹੈ ਤੇ ਪਰਮਾਤਮਾ ਨੂੰ ਠੰਡਾ ਕਰਨ ਵਾਲਾ ਹੈ। ਇਸ ਤਰੀਕੇ ਦੇ ਨਾਲ ਗੁਰੂ ਸਵਾਰੇ ਫਿਰ ਉਹ ਗੁਰਮੁਖ ਜਖੀਆਂ ਜਿਹੜੀਆਂ ਨੇ ਉਹ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੁੰਦੀਆਂ ਹਨ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ 'ਚ ਸ਼ਰਵਣ ਕੀਤੀ ਸੀ। ਹੁਣ ਸਤਿਗੁਰੂ ਮਹਾਰਾਜ ਪੌੜੀ ਦੇ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਾਰਨ ਕਰਤੈ ਜੋ ਕੀਆ ਸੋਈ ਹੈ ਕਰਣਾ, ਜੇ ਸੋ ਧਾਵਹਿ ਪ੍ਰਾਣੀਆ ਪਾਵਹਿ ਧੁਰ ਲਹਿਣਾ। ਪੌੜੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਾਰਨ ਕਰਤੈ ਜੋ ਕੀਆ ਸੋਈ ਹੈ ਕਰਣਾ। ਜੀਵਨ ਕਾਲ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਨੂੰ, ਜੀਵ ਨੂੰ ਅਨੇਕਾਂ ਔਂਕੜਾਂ ਆਉਂਦੀਆਂ ਨੇ। ਕਦੇ ਇਹ ਜ਼ਿੰਦਗੀ ਦੇ ਸਾਰੇ ਸੁੱਖ ਮਾਣਦਾ, ਜ਼ਿੰਦਗੀ ਸੁੱਖਾਂ ਨਾਲ ਲੰਘਦੀ ਹੈ, ਤੇ ਕਦੇ ਫਿਰ ਉਹ ਸਮਾਂ ਵੀ ਆਉਂਦਾ ਹੈ ਕਿ ਜਦੋਂ ਜ਼ਿੰਦਗੀ ਦੁੱਖਾਂ ਨਾਲ ਘਿਰ ਜਾਂਦੀ ਹੈ। ਤੇ ਮਨੁੱਖ ਦੀ ਫਿਰ ਇਹ ਆਦਤ ਹੈ ਕਿ ਜਦੋਂ ਦੁੱਖ ਆ ਗਿਆ, ਦੁੱਖ ਵੇਲੇ ਮਨੁੱਖ ਗੁਰੂ ਨੂੰ ਲਾਂਭੇ, ਪਰਮਾਤਮਾ ਨੂੰ ਲਾਂਭੇ ਦੇਣ ਲੱਗ ਪੈਂਦਾ। ਜੋ ਸੁੱਖ ਆਉਂਦਾ ਤੇ ਸੁੱਖ ਵੇਲੇ ਪਰਿਪੂਰਨ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜੋ ਕੁਝ ਸੰਸਾਰ ਵਿੱਚ ਹੋ ਰਿਹਾ, ਹੁਣ ਹੋਇਆ, ਵਰਤਮਾਨ ਜਿਹੜਾ ਸਮਾਂ ਚੱਲ ਰਿਹਾ, ਇਹਦੇ ਵਿੱਚ ਜੋ ਹੋ ਰਿਹਾ ਜਾਂ ਪਿੱਛੇ ਹੋ ਚੁੱਕਾ ਹੈ ਜਾਂ ਅੱਗੇ ਹੋਵੇਗਾ, ਕਹਿੰਦੇ ਇਹ ਪਰਮਾਤਮਾ ਵਾਹਿਗੁਰੂ ਆਪ ਹੀ ਕਰਨ ਵਾਲਾ ਹੈ। ਪਾਤਸ਼ਾਹ ਦੇ ਬਚਨਾਂ ਪੜ੍ਹਦੇ ਆ ਨਾ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ।
ਬਿਨਵੰਤ ਨਾਨਕ ਸਈ ਜਾਣੈ ਜਿਨੀ ਹਰ ਰਸ ਪੀਆ। ਕਹਿੰਦੇ ਪਰ ਇਸ ਰਮਜ ਨੂੰ ਉਹੀ ਜਾਣਦਾ ਹੈ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਪੀਣਾ ਕੀਤਾ। ਪਰ ਜਿਹਨੇ ਹਰੀ ਦਾ ਨਾਮ ਜਪਣਾ ਕੀਤਾ, ਵਾਹਿਗੁਰੂ ਵਿੱਚ ਇੱਕਮਿਕ ਹੋਏ ਨੇ ਨਾ, ਅਸਲ ਵਿੱਚ ਉਹੀ ਜਾਣਦੇ ਨੇ ਕਿ ਪਰਮਾਤਮਾ ਵਾਹਿਗੁਰੂ ਹੀ ਸਭ ਕੁਝ ਕਰਨ ਵਾਲਾ ਹੈ। ਫਿਰ ਉਹ ਪ੍ਰੇਮ ਵਿੱਚ ਭਿੱਜ ਕੇ ਪਾਤਸ਼ਾਹ ਜੀ ਵਾਂਗ ਵਚਨ ਕਰਦੇ ਨੇ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਹਨਾਂ ਦਾ ਇੰਨਾ ਦ੍ਰਿੜ ਵਿਸ਼ਵਾਸ ਹੋ ਜਾਂਦਾ ਕਿ ਪਰਮਾਤਮਾ ਜੋ ਕੁਝ ਹੋ ਰਿਹਾ ਤੇਰੇ ਹੁਕਮ ਦੇ ਵਿੱਚ ਹੋ ਰਿਹਾ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ, ਤੇਰੀਆਂ ਹੀ ਸਾਰੀਆਂ ਇਹ ਖੇਡਾਂ ਰਚਾਈਆਂ ਹੋਈਆਂ ਹਨ। ਫਿਰ ਇਸ ਤਰੀਕੇ ਦੇ ਨਾਲ ਪ੍ਰਭੂ ਦਾ ਪਿਆਰਾ ਪ੍ਰਭੂ ਪਰਮਾਤਮਾ ਤੋਂ ਬਾਹਰ ਨਹੀਂ ਜਾਂਦਾ, ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਦਾ ਹੈ। ਤੇ ਗੁਰੂ ਸਵਾਰਿਓ ਇਸੇ ਤਰੀਕੇ ਦੇ ਨਾਲ ਤੇ ਗੁਰੂ ਸਾਹਿਬਾਨ ਦੇ ਬਚਨ ਪੜ੍ਹਦੇ ਹਾਂ ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ। ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਨੇ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਈਲ ਸੋਏ। ਜਿਹੜਾ ਜਲਾਂ ਵਿੱਚ ਵੀ ਹੈ, ਥਲਾਂ ਵਿੱਚ, ਮਹੀਲ ਧਰਤੀ ਔਰ ਆਕਾਸ਼ ਦੇ ਵਿੱਚ ਹੈ, ਐਸਾ ਪਰਮੇਸ਼ਰ ਸਮਰੱਥ ਮਾਲਕ ਉਹ ਕਰਨ ਨੂੰ ਸਮਰੱਥ ਹੈ। ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਵਾ ਰਿਹਾ ਹੈ। ਚੰਗਿਆਈ ਵੀ ਉਹਦੀ ਪੈਦਾ ਕੀਤੀ ਹੈ ਅਤੇ ਬੁਰਿਆਈ ਵੀ ਉਹਦੀ ਪੈਦਾ ਕੀਤੀ ਹੈ। ਮੁੱਢ ਕਦੀਮਾ ਤੋਂ ਜਦੋਂ ਦਾ ਸੰਸਾਰ ਬਣਿਆ ਹੈ ਤੇ ਚੰਗਿਆਈ ਤੇ ਬੁਰਿਆਈ ਦਾ ਯੁੱਧ ਹੁੰਦਾ। ਇਸ ਯੁੱਧ ਨੂੰ ਗੁਰੂ ਸਵਾਰੇ ਫਿਰ ਪਰਮਾਤਮਾ ਦੇਖਦਾ। ਅਖੀਰ ਤੇ ਜਿਹੜੀ ਜਿੱਤ ਹੈ ਚੰਗਿਆਈ ਦੀ ਹੁੰਦੀ ਹੈ। ਇਹ ਖੇਡ ਅਸਲ ਵਿੱਚ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਹੈ। ਜੇ ਬੁਰਿਆਈ ਨਾ ਹੋਵੇ ਤੇ ਚੰਗਿਆਈ ਦੀ ਕੀਮਤ ਨਹੀਂ ਪੈਣੀ। ਚੰਗਿਆਈ ਦੀ ਕੀਮਤ ਤਾਂ ਪੈ ਰਹੀ ਕਿ ਬੁਰਿਆਈ ਉੱਤੇ ਹਾਵੀ ਹੋ ਜਾਂਦੀ ਫਿਰ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਉਹ ਆਪ ਹੀ ਕਰਨ ਵਾਲਾ। ਜਿਵੇਂ ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਨਾ, ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੂਈ ਰਾਗ ਵਿੱਚ, ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। ਮੇਰੇ RAM ਰਾਏ ਜਿਉ ਰਾਖੈ ਤਿਉ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵਹਿ, ਸੁਖ ਤੇਰਾ ਦਿੱਤਾ ਲਹੀਐ। ਪਾਤਸ਼ਾਹ ਜੀ ਨੇ ਗੱਲ ਹੀ ਮੁਕਾਤੀ, ਕਹਿੰਦੇ ਹੇ ਪਰਮਾਤਮਾ ਤੁਧ ਭਾਵੈ, ਜੇ ਤੈਨੂੰ ਭਾਉਂਦਾ ਨਾ, ਚੰਗਾ ਲੱਗਦਾ, ਫਿਰ ਤੂੰ ਨਾਮ ਜਪਾਉਂਦਾ ਆਪ ਹੀ। ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਉਹਨੂੰ ਭਾਉਂਦਾ, ਉਹ ਕਿਰਪਾ ਕਰਦਾ। ਫਿਰ ਜੀਵ ਨੂੰ ਅੰਮ੍ਰਿਤ ਵੇਲੇ ਜਿਵੇਂ ਇੱਕ ਬੱਚੇ ਨੂੰ ਮਾਂ ਉਠਾਉਂਦੀ ਨਾ, ਬੱਚੇ ਨੂੰ ਸਕੂਲ ਜਾਣਾ ਦਾ ਬੱਚੇ ਨੇ, ਤੇ ਮਾਂ ਉਠਾਉਂਦੀ ਹੈ ਕਿ ਉੱਠ ਕੇ ਬੱਚੇ ਨੂੰ, ਫਿਰ ਬੱਟਾ ਉੱਠਦਾ, ਤਿਆਰ ਹੋ ਜਾਂਦਾ। ਇਸੇ ਤਰ੍ਹਾਂ ਹੀ ਪਰਮਾਤਮਾ ਮਾਂ ਬਣ ਕੇ, ਪਿਤਾ ਬਣ ਕੇ ਜਿਹੜੇ ਨੂੰ ਭਾ ਜਾਂਦੇ ਨੇ, ਉਹਨਾਂ ਨੂੰ ਅੰਮ੍ਰਿਤ ਵੇਲੇ ਫਿਰ ਉਠਾਉਂਦਾ ਪਰਮਾਤਮਾ ਤੇ ਕਹਿੰਦਾ ਭਾਈ ਉੱਠ ਭਾਈ, ਇਹ ਨਾਮ ਜਪਣ ਦਾ ਵੇਲਾ ਹੈ, ਇਹ ਸਿਮਰਨ ਕਰਨ ਦਾ ਵੇਲਾ ਹੈ, ਇਹ ਜੁੜਨ ਦਾ ਵੇਲਾ ਹੈ। ਤੇ ਜਿਹੜੇ ਫਿਰ ਜਿਹਨਾਂ ਉੱਤੇ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਨਾ, ਫਿਰ ਉਸ ਸਮੇਂ ਦੀ ਕਦਰ ਕਰਦੇ ਹਨ। ਉਹ ਫਿਰ ਉਸ ਮਾਲਕ ਦੇ ਗੁਣਾਂ ਦਾ ਗਹਿਣ ਕਰਕੇ ਵਾਹਿਗੁਰੂ ਦੇ ਵਿੱਚ, ਪਰਮੇਸ਼ਰ ਵਿੱਚ ਹੀ ਅਭੇਦ ਹੋ ਜਾਂਦੇ ਨੇ।
ਖੇਡਾਂ ਸਾਰੀਆਂ ਪਰਮਾਤਮਾ ਦੀਆਂ, ਉਹਦੀਆਂ ਪੈਦਾ ਕੀਤੀਆਂ ਨੇ। ਆਪ ਹੀ ਖੇਡ ਨੂੰ ਬਣਾਉਂਦਾ ਹੈ ਅਤੇ ਆਪ ਹੀ ਖੇਡ ਖਤਮ ਕਰਦਾ ਹੈ। ਦੇਖੋ ਅਸੀਂ ਸਾਰੇ ਪੈਂਦੇ ਖਾਂ ਦੇ ਜੀਵਨ ਦੇ ਆਪਾਂ ਸਾਰੇ ਜਾਣਦੇ ਹਾਂ ਕਿ ਬਚਪਨ 'ਚ ਅਨਾਥ ਹੋ ਗਿਆ। ਛੇਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਇਹਨੂੰ ਲੈ ਕੇ ਆਏ ਅਤੇ ਸਤਿਗੁਰੂ ਨੇ ਦਾ ਸੁੰਦਰ ਸਰੀਰ ਦੇਖਿਆ, ਸ਼ਡੋਲ ਸਰੀਰ, ਅਤੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਵਾਂਗ ਪਾਲਿਆ ਇਹਨੂੰ, ਪੁੱਤਰਾਂ ਵਾਂਗ ਪਾਲਿਆ। ਪੈਂਦੇ ਖਾਂ ਬੜਾ ਜਵਾਨ ਹੋ ਗਿਆ, ਬੜੀ ਸ਼ਸਤਰ ਵਿਦਿਆ ਜਾਣਦਾ, ਸਰੀਰ 'ਚ ਤਾਕਤ ਬੜੀ ਹੈ। ਇੱਥੋਂ ਤੱਕ ਜੇਕਰ ਕੋਈ ਜਵਾਨ ਸੂਰਮਾ ਘੋੜੇ ਉੱਤੇ ਸਵਾਰ ਹੋ ਕੇ ਆ ਰਿਹਾ ਨਾ, ਇਤਿਹਾਸਕਾਰ ਲਿਖਦੇ ਨੇ ਘੋੜੇ ਨੂੰ ਪੌੜਾਂ 'ਤੇ ਚੱਕ ਕੇ ਸੁੱਟ ਪੱਪਰੇ ਸੁੱਟ ਦਿੰਦਾ ਸੀ, ਇੰਨੀ ਤਾਕਤ ਸੀ। ਸਿੱਕਾ ਹੱਥ 'ਚ ਪਕੜਦਾ ਸੀ, ਸਿੱਕੇ ਨੂੰ ਇਸ ਤਰ੍ਹਾਂ ਹੱਥਾਂ ਨਾਲ ਮਲਦਾ ਸੀ, ਉਹਦਾ ਸਾਰਾ ਉਹਨੂੰ ਮੁਕਾ ਦਿੰਦਾ ਸੀ, ਇੰਨੀ ਤਾਕਤ ਦਾ ਮਾਲਕ ਸੀ। ਅਤੇ ਜਦੋਂ ਵੱਡਾ ਹੋਇਆ ਇਹਦੀ ਸ਼ਾਦੀ ਹੋ ਗਈ, ਨਿਕਾਹ ਹੋ ਗਿਆ। ਨਿਕਾਹ ਹੋਣ ਤੋਂ ਬਾਅਦ ਇਹਦੇ ਘਰ ਵਿੱਚ ਪੁੱਤਰੀ ਨੇ ਜਨਮ ਲਿਆ, ਬੱਚੀ ਨੇ ਜਨਮ ਲਿਆ। ਅਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਇਹ ਆਇਆ, ਕਹਿਣ ਲੱਗਿਆ ਪਾਤਸ਼ਾਹ ਧੀ ਨੇ ਜਨਮ ਲੈਣਾ ਕੀਤਾ ਹੈ। ਹੁਣ ਸਤਿਗੁਰੂ ਨੂੰ ਪਤਾ ਹੈ ਆਉਣ ਵਾਲੇ ਸਮੇਂ ਕੀ ਕੀ ਹੋਣਾ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਕਲਾ ਘਰ ਵਿੱਚ ਆ ਗਈ ਹੈ। ਅਤੇ ਪੈਂਦੇ ਖਾਂ ਨੂੰ ਇਸ ਤਰ੍ਹਾਂ ਸਤਿਗੁਰੂ ਨੇ ਬਚਨ ਕੀਤੇ, ਨਾਲ ਸਤਿਗੁਰੂ ਮੁਸਕਰਾਉਂਦੇ ਨੇ। ਫਿਰ ਗੁਰੂ ਸਰ ਸਮਾਂ ਲੰਘਿਆ, ਇਹ ਧੀ ਜਵਾਨ ਹੋਈ। ਪੈਂਦੇ ਖਾਂ ਨੇ ਆਪਣੀ ਲੜਕੀ ਦੀ ਸ਼ਾਦੀ ਕੀਤੀ ਅਸਮਾਨ ਖਾਂ ਦੇ ਨਾਲ। ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ ਕਿ ਕਲਾ ਘਰ ਵਿੱਚ ਆ ਗਈ, ਹੁਣ ਕਲਾ ਸ਼ੁਰੂ ਹੋਣੀ ਹੈ। ਕਿ ਕਲਾ ਘਰ ਵਿੱਚ ਆ ਗਈ ਹੈ ਅਤੇ ਕਾਲ ਆ ਗਿਆ ਹੈ, ਅਤੇ ਅੱਜ ਗੁਰੂ ਸਵਾਰੇ ਸ਼ਾਦੀ ਹੋ ਗਈ। ਅਤੇ ਛੇਵੇਂ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ 'ਚ ਪੈਂਦੇ ਖਾਂ ਨੇਤਾ ਪ੍ਰਤੀ ਜਾਂਦਾ, ਕਿਉਂਕਿ ਪੈਂਦੇ ਖਾਂ ਐਡਾ ਵੱਡਾ ਬਲਵਾਨ ਸੀ। ਜਦੋਂ ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ ਹੋਈ ਸੀ ਮੁਗਲ ਸਿੱਖਾਂ ਦੇ ਨਾਲ, ਗੁਰੂ ਪਾਤਸ਼ਾਹ ਦੀ ਮੁਗਲ ਸਿੱਖਾਂ ਨਾਲ ਜੰਗ ਹੋਈ, ਅਤੇ ਪੈਂਦੇ ਖਾਂ ਨੇ ਬੜੇ ਕਰਤੱਵ ਦਿਖਾਣਾ ਕੀਤੇ ਸੀ। 7000 ਫੌਜ ਲੈ ਕੇ ਮੁਗਲ ਸਿੱਖਾਂ ਆਇਆ ਸੀ, ਅਤੇ ਸਤਿਗੁਰ ਦੀ ਸੁਪੁੱਤਰੀ ਬੀਬੀ ਬੀਰੋ ਜੀ ਦੀ ਸ਼ਾਦੀ ਦੀ ਤਿਆਰੀ ਚੱਲ ਰਹੀ, ਕੋਈ ਜੰਗ ਦੀ ਤਿਆਰੀ ਨਹੀਂ ਸੀ ਹਲੇ, ਪਰ ਜਿੱਤ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹੋਈ। ਉਸ ਜੰਗ ਵਿੱਚ ਪੈਂਦੇ ਖਾਂ ਨੇ ਬੜੇ ਬੈਰੀਆਂ ਦੇ ਆਹੂ ਲਾਹਣਾ ਕੀਤੇ, ਅਤੇ ਇਹਨੂੰ ਹੰਕਾਰ ਹੋ ਗਿਆ। ਹੰਕਾਰ ਹੋ ਗਿਆ ਕਿ ਇੱਥੋਂ ਤੱਕ ਗੁਰੂ ਪਾਤਸ਼ਾਹ ਨੂੰ ਵਾਰ-ਵਾਰ ਕਹਿੰਦਾ ਸੀ ਕਿ ਪਾਤਸ਼ਾਹ ਜੇ ਮੈਦਾਨੇ ਜੰਗ 'ਚ ਮੈਂ ਨਹੀਂ ਹੁੰਦਾ ਤਾਂ ਤੁਹਾਡਾ ਜਿੱਤਣਾ ਬੜਾ ਔਖਾ ਸੀ, ਤੁਸੀਂ ਜਿੱਤ ਨਹੀਂ ਸਕਦੇ ਸੀ। ਅਤੇ ਸਤਿਗੁਰੂ ਚੁੱਪ ਕਰ ਜਾਂਦੇ ਸਨ। ਫਿਰ ਜਦੋਂ 2 ਜੰਗਾਂ ਗੁਰੂ ਸਾਰੇ ਸਤਿਗੁਰੂ ਦੇ ਜੀਵਨ ਕਾਲ ਦੀਆਂ ਹੋ ਚੁੱਕੀਆਂ, ਜਿਹੜੀ ਇਸ ਤਰ੍ਹਾਂ ਉਹਨਾਂ ਜੰਗਾਂ 'ਚ ਸਤਿਗੁਰੂ ਨੇ ਫਿਰ ਦੁਬਾਰਾ ਫਿਰ ਪੈਂਦੇ ਖਾਂ ਨੂੰ ਆਵਾਜ਼ ਨਹੀਂ ਮਾਰੀ। ਮਹਾਰਾਜ ਦੀ ਜੰਗ, ਅਤੇ ਇਸੇ ਤਰ੍ਹਾਂ ਗੁਰੂ ਸਵਾਰਿਓ ਹਰਗੋਬਿੰਦਪੁਰੀ ਦੀ ਜੰਗ, ਅਤੇ ਹੁਣ ਇਹ ਜਿਹੜੀ ਚੌਥੀ ਜੰਗ ਹੋਣੀ ਹੈ, ਕਾਰਨ ਬਣਿਆ। ਕਹਿੰਦੇ ਨੇ ਜਦੋਂ ਪੈਂਦੇ ਖਾਂ ਗੁਰੂ ਸਾਹਿਬਾਨ ਜੀ ਨੂੰ ਇਹਨਾਂ ਲੜਕੀ ਦੀ ਸ਼ਾਦੀ ਕਰ ਸਮਾਨ ਖਾਂ ਜਵਾਈ ਬਣਿਆ, ਗੁਰੂ ਪਾਤਸ਼ਾਹ ਮਹਾਰਾਜ ਨੂੰ ਕੋਈ ਸਿੱਖ ਬੜੀ ਸੁੰਦਰ ਘੋੜਾ ਦੇ ਕੇ ਗਿਆ, ਇੱਕ ਸੋਹਣੀ ਪੁਸ਼ਾਕ ਦਿੱਤੀ ਹੈ, ਅਤੇ ਸਤਿਗੁਰੂ ਪ੍ਰਸੰਨ ਹੋਏ। ਉਹ ਪੁਸ਼ਾਕ, ਉਹ ਸੁੰਦਰ ਘੋੜਾ ਪੈਂਦੇ ਖਾਂ ਨੂੰ ਬਖਸ਼ਿਸ਼ ਕਰ ਦਿੱਤਾ। ਇਸ ਇੱਕ ਸਮੇਂ ਇਹ ਘਟਨਾ ਵਾਪਰੀ, ਕਹਿੰਦੇ ਗੁਰੂ ਕਾ ਜਿਹੜਾ ਬਾਜ ਸੀ ਨਾ ਉੱਡ ਕੇ ਪੈਂਦੇ ਖਾਂ ਦੇ ਕੋਲ ਗਿਆ। ਪੈਂਦੇ ਖਾਂ ਦੇ ਜਿਹੜੇ ਇਹਦਾ ਜਵਾਈ ਸੀ, ਉਹਨਾਂ ਉਸ ਬਾਜ ਨੂੰ ਲੁਕਾਉਣਾ ਕੀਤਾ, ਅਤੇ ਗੁਰੂ ਸਾਹਿਬਾਨ ਦੇ ਸਿੱਖ ਗਏ, ਕਹਿਣ ਲੱਗੇ ਪੈਂਦੇ ਖਾਂ ਤੇਰੇ ਘਰ ਵੱਲ ਇਹ ਬਾਜ ਉੱਡ ਕੇ ਆਇਆ ਹੈ। ਅਤੇ ਪੈਂਦੇ ਖਾਂ ਨੇ ਅੱਗੋਂ ਇਨਕਾਰ ਕਰ ਦਿੱਤਾ, ਕਹਿਣ ਲੱਗੇ ਨਹੀਂ ਕੋਈ ਬਾਜ ਨਹੀਂ ਆਇਆ। ਅਤੇ ਗੁਰੂ ਸਾਹਿਬਾਨ ਦਾ ਇਹ ਹੁਕਮ ਸੀ, ਪੈਂਦੇ ਖਾਂ ਜਦੋਂ ਤਾਂ ਸਾਡੇ ਕੋਲ ਚੱਲ ਕੇ ਆਉਣਾ ਨਾ, ਇਹ ਪੁਸ਼ਾਕ ਪਹਿਨਣੀ ਹੈ, ਇਹ ਘੋੜੇ ਉੱਤੇ ਸਵਾਰ ਹੋ ਕੇ ਆਉਣਾ ਹੈ, ਇਹ ਸਤਿਗੁਰੂ ਦਾ ਹੁਕਮ ਸੀ। ਅਤੇ ਜਦੋਂ ਗੁਰੂ ਸਰ ਇਨਕਾਰ ਕੀਤਾ, ਸਿੱਖਾਂ ਨੇ ਸਮਝਾਇਆ ਵੀ ਨਹੀਂ ਮੰਨਿਆ। ਅਖੀਰ 'ਤੇ ਇੱਕ ਦਿਨ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪੈਂਦੇ ਖਾਂ ਤੇਰੇ ਘਰ 'ਚ ਸਾਡਾ ਬਾਜ ਗਿਆ ਹੈ, ਗੁਰੂ ਕਾ ਬਾਜ।
ਸਾਡੇ ਜਿਹੜੇ ਵੀਰ ਸ਼ਿਕਾਰੀ ਨੇ ਉਹ ਨਾਲ ਹਨ, ਉਹਨਾਂ ਨੂੰ ਬਾਜ ਦੇਣਾ ਕਰ। ਤੇ ਅੱਗੋਂ ਗੁਰੂ ਸਵਾਰਿਓ ਇਨਕਾਰ ਕਰਦਾ, ਕਹਿਣ ਲੱਗਿਆ ਨਹੀਂ ਪਾਤਸ਼ਾਹ ਜੀ ਬਾਜ ਨਹੀਂ ਕਰਦੇ ਵਿੱਚ। ਤੇ ਇੱਥੋਂ ਫਿਰ ਸਤਿਗੁਰੂ ਜੀ ਨੇ ਵਾਰ-ਵਾਰ ਸਮਝਾਇਆ, ਕਈ ਵਾਰੀ ਪੁੱਛਿਆ, ਇਹ ਵਾਰ-ਵਾਰ ਗੁਰੂ ਦੀ ਹਜ਼ੂਰੀ 'ਚ ਝੂਠ ਬੋਲਦਾ, ਦਿਲ ਕਰਦਾ ਦੇਣ ਦੇ ਲਈ, ਪਰ ਅੱਗੇ ਇਹਦੀ ਲੜਕੀ ਬੈਠੀ ਹੋਈ ਹੈ, ਇਹਦਾ ਜਵਾਈ ਅਸਮਾਨ ਖਾਂ ਹੈ, ਜਿਹੜਾ ਕਹਿ ਰਿਹਾ ਕਿ ਜੇ ਤੁਸੀਂ ਇਹ ਬਾਜ ਦਿੱਤਾ ਗੁਰੂ ਨੂੰ, ਫਿਰ ਮੈਂ ਤੁਹਾਡੀ ਲੜਕੀ ਛੱਡ ਦਿਆਂਗਾ, ਮੈਂ ਰਿਸ਼ਤਾ ਛੱਡ ਦਿਆਂਗਾ। ਇਹ ਹੁਣ ਗੁਰੂ ਮੋਹ ਦੀਆਂ ਤੰਦਾਂ ਵਿੱਚ ਵੱਝਾ ਹੋਇਆ ਗੁਰੂ ਤੋਂ ਬੇਮੁਖ ਹੋ ਗਿਆ। ਅੱਜ ਹਾਲਾਤ ਇਹੋ ਜਿਹੇ ਹੋ ਗਏ, ਕਹਿੰਦੇ ਨੇ ਇਸੇ ਪੈਂਦੇ ਖਾਂ ਨੇ ਗੁਰੂ ਕੀ ਹਜ਼ੂਰੀ ਝੂਠ ਬੋਲਣਾ ਕੀਤਾ, ਬਾਰ-ਬਾਰ ਝੂਠ ਬੋਲਦਾ ਏ। ਇਹਨੂੰ ਆਪਣੀ ਜੋਬਨਤਾ ਦਾ ਹੰਕਾਰ, ਜਵਾਨੀ ਦਾ ਹੰਕਾਰ, ਤੇ ਸਤਿਗੁਰੂ ਨੇ ਪਿੱਛੋਂ ਆਪਣਾ ਸਿੱਖ ਭੇਜਿਆ, ਇਹਦੇ ਘਰੋਂ ਬਾਜ ਵੀ ਮਿਲ ਗਿਆ। ਜਦੋਂ ਬਾਜ ਮਿਲਿਆ ਤੇ ਝੂਠਾ ਪੈ ਗਿਆ ਭਰੀ ਸਾਹਿਬ ਵਿੱਚ। ਤੇ ਸਤਿਗੁਰੂ ਕਹਿਣ ਲੱਗੇ ਕਿ ਪੈਂਦੇ ਖਾਂ ਤੈਨੂੰ ਅਸੀਂ ਬਾਰ-ਬਾਰ ਸਮਝਾਇਆ ਤੂੰ ਝੂਠ ਬੋਲਦਾ ਹੈ। ਤੇ ਇੱਥੋਂ ਗੁਰੂ ਸਵਾਰੇ ਫਿਰ ਗੁਰੂ ਸਾਹਿਬਾਨ ਜੀ ਨੇ ਖੇਡ ਵਰਤਾਈ। ਕਹਿੰਦੇ ਨੇ ਪੈਂਦੇ ਖਾਂ ਜਦੋਂ ਬਾਰ-ਬਾਰ ਝੂਠ, ਵੱਡੇ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬੋਲਿਆ, ਫਿਰ ਸਤਿਗੁਰੂ ਜੀ ਨੇ ਉਸ ਸਮੇਂ ਵਿਧੀ ਚੰਦ ਤੇ ਹੋਰ ਸਿੱਖਾਂ ਨੂੰ ਆਖਿਆ ਕਿ ਪੈਂਦੇ ਖਾਂ ਦਾ ਸੋਧਾ ਲਾਣਾ ਕਰੋ। ਫਿਰ ਭਰੀ ਸਭਾ ਵਿੱਚ ਪੈਂਦੇ ਖਾਂ ਦਾ ਸੋਧਾ ਲਾਇਆ ਗਿਆ ਸੀ। ਉਸ ਤੋਂ ਬਾਅਦ ਪੈਂਦੇ ਖਾਂ ਗੁਰੂ ਸਵਾਰ ਆਪਣੇ ਘਰ ਦੇ ਵਿੱਚ ਗਿਆ। ਫਿਰ ਇਹ ਬਾਦਸ਼ਾਹ ਸ਼ਾਹਜਹਾਂ ਨਾਲ ਜਾ ਕੇ ਨੇ ਮਿਲਾਪ ਕੀਤਾ। ਫਿਰ ਗੁਰੂ ਸਾਹਿਬਾਨ ਉੱਤੇ ਇਹ ਫੌਜ ਲੈ ਕੇ ਆਇਆ ਸੀ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ 1 ਲੱਖ ਦੇ ਕਰੀਬ ਜਿਹੜੀ ਫੌਜ ਸੀ, 1 ਲੱਖ ਦੇ ਕਰੀਬ ਫੌਜ, ਜਿਹਦੇ 'ਚ ਕਾਲੇ ਖਾਂ, ਪੈਂਦੇ ਖਾਂ ਤੇ ਇਸੇ ਤਰ੍ਹਾਂ ਗੁਰੂ ਸਵਾਰਿਓ ਜਲੰਧਰ ਦਾ ਸੂਬਾ, ਇਹ ਸਾਰੇ ਇਕੱਠੇ ਹੋਏ ਸਨ। ਜਦੋਂ ਫਿਰ ਮੁਕਾਬਲਾ ਹੋਇਆ, ਅਖੀਰ ਤੇ ਗੁਰੂ ਪਾਤਸ਼ਾਹ ਦੀ ਜਿੱਤ ਹੋਈ। ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇੱਕ ਪਾਸੇ ਪੈਂਦੇ ਖਾਂ, ਇੱਕ ਪਾਸੇ ਸਤਿਗੁਰੂ ਜੀ, ਯੁੱਧ ਹੋ ਰਿਹਾ ਹੈ, ਤੇ ਸਤਿਗੁਰੂ ਕਹਿਣ ਲੱਗੇ ਪੁੱਤਰਾ ਵਾਰ ਕਰ, ਵਾਰ ਕਰ। ਗੁਰੂ ਪਾਤਸ਼ਾਹ ਨੇ ਇਹਨੂੰ ਬਚਨ ਕੀਤੇ। ਪੈਂਦੇ ਖਾਂ ਨੇ ਪਹਿਲਾ ਵਾਰ ਕੀਤਾ, ਉਹ ਵਾਰ ਖਾਲੀ ਚਲਿਆ ਗਿਆ। ਦੂਜਾ ਵਾਰ ਕੀਤਾ, ਸਤਿਗੁਰੂ ਨੇ ਆਪਣੇ ਢਾਲ ਨਾਲ ਰੋਕਣਾ ਕੀਤਾ। ਹੁਣ ਪੈਂਦੇ ਖਾਂ ਸੋਚਾਂ ਵਿੱਚ ਪੈ ਗਿਆ ਕਿ ਗੁਰੂ ਨੇ ਮੈਨੂੰ 2 ਵਾਰ ਕਰਨ ਦਾ ਹੁਕਮ ਕੀਤਾ, ਦੋਨੋਂ ਵਾਰ ਖਾਲੀ ਚਲੇ ਗਏ। ਹੁਣ ਤੀਜਾ ਵਾਰ ਗੁਰੂ ਦਾ ਆਵੇਗਾ ਤੇ ਗੁਰੂ ਦਾ ਵਾਰ ਕਦੇ ਖਾਲੀ ਨਹੀਂ ਜਾਂਦਾ। ਇਹ ਪੈਂਦੇ ਖਾਂ ਮਨ 'ਚ ਵਿਚਾਰਾਂ ਕਰਦਾ। ਫਿਰ ਸਤਿਗੁਰੂ ਮੁਸਕਰਾਉਂਦੇ ਨੇ, ਕਹਿੰਦੇ ਪੈਂਦੇ ਖਾਂ ਇੱਕ ਵਾਰ ਹੋਰ ਕਰ ਲੈ, ਤੇਰੇ ਮਨ 'ਚ ਕਿਤੇ ਖਿਆਲ ਨਾ ਰਹਿ ਜਾਵੇ ਕਿ ਗੁਰੂ ਨੇ ਮੈਨੂੰ ਦੁਬਾਰਾ ਮੌਕਾ ਨਹੀਂ ਦੇਣਾ ਕੀਤਾ। ਕਹਿੰਦੇ ਤੀਜਾ ਵਾਰ ਕੀਤਾ ਤੇ ਥੋੜ੍ਹੀ ਜਿਹੀ ਉਸ ਜਿਹੜੇ ਵਾਰ ਦੀ ਚੁੰਝ ਸੀ ਨਾ, ਤੀਰ ਦੀ, ਉਹਦੀ ਤਲਵਾਰ ਦੀ, ਸਤਿਗੁਰਾਂ ਦੇ ਸੀਨੇ 'ਚ ਲੱਗੀ ਹੈ ਤੇ ਥੋੜ੍ਹਾ ਜਿਹਾ ਜ਼ਖਮ ਜਿਹੜਾ ਪਾਤਸ਼ਾਹ ਦੇ ਹੋਇਆ ਤੇ ਲਹੂ ਵਗਿਆ ਤੇ ਇਸ ਤਰ੍ਹਾਂ ਜਿਹੜਾ ਚਿੱਟੇ ਰੰਗ ਦਾ ਹੱਥ ਨੂੰ ਵਸਤਰ ਪਹਿਨਿਆ ਸੀ, ਲਾਲ ਹੋਇਆ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਂ ਤੈਨੂੰ ਤਾਂ ਵਾਰ ਕਰਨਾ ਨਹੀਂ ਆਉਂਦਾ ਏ, ਤੈਨੂੰ ਦੱਸਦੇ ਹਾਂ ਕਿ ਵਾਰ ਕਿਵੇਂ ਕਰੇ। ਤੂੰ ਵੱਡਾ ਬਲਵਾਨ ਹੈ, ਯੋਧਾ ਹੈ, ਪਰ ਤੈਨੂੰ ਵਾਰ ਕਰਨਾ ਨਹੀਂ ਆਉਂਦਾ ਹੈ। ਸਤਿਗੁਰੂ ਕਹਿੰਦੇ ਸਾਵਧਾਨ ਹੋਣਾ ਕਾਰਨ ਅਸੀਂ ਵਾਰ ਕਰ ਰਹੇ ਹਾਂ। ਇੱਕ ਵਾਰ ਕੀਤਾ ਤੇ ਗੁਰੂ ਸਵਾਰਿਓ ਪੈਂਦੇ ਖਾਂ ਦੇ ਸਰੀਰ ਦੇ 2 ਫਾੜ ਕਰ ਦਿੱਤੇ ਸਨ। ਤੜਫਦਾ ਹੋਇਆ ਧਰਤੀ ਉੱਤੇ ਡਿੱਗ ਗਿਆ। ਤੇ ਉਸ ਸਮੇਂ ਗੁਰੂ ਪਾਤਸ਼ਾਹ ਮਹਾਰਾਜ ਨੇ, ਸਤਿਗੁਰੂ ਨੂੰ ਯਾਦ ਆਇਆ ਕਿ ਸਾਡੇ ਕੋਲ ਛੋਟਾ ਜਿਹਾ ਆਇਆ ਸੀ, ਆਪਣੇ ਹੱਥੀਂ ਪਾਲਿਆ। ਤੇ ਪਾਤਸ਼ਾਹ ਦੇ ਮਨ 'ਚ ਦਇਆ ਆਈ ਤੇ ਗੁਰੂ ਪਾਤਸ਼ਾਹ ਨੇ ਢਾਲੇ ਦੀ ਛਾਂ ਕੀਤੀ, ਰੁਮਾਲ ਨਾਲ ਮੁੱਖ ਸਾਫ਼ ਕੀਤਾ। ਤੇ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਂ ਮੰਗ ਕੀ ਮੰਗਦਾ? ਕਹਿੰਦੇ ਕਲਮਾ ਪੜ੍ਹ ਲੈ। ਪਹਿਲਾਂ ਪਾਤਸ਼ਾਹ ਕਹਿੰਦਾ ਕਲਮਾ ਪੜ੍ਹ, ਕਿਉਂਕਿ ਇਸਲਾਮ ਦਾ ਧਾਰਨੀ ਸੀ। ਕਲਮਾ ਪੜ੍ਹ। ਤੇ ਪੈਂਦੇ ਖਾਂ ਨੇ ਹੱਥ ਜੋੜੇ, ਕਹਿਣ ਲੱਗਿਆ ਕਿ ਪਾਤਸ਼ਾਹ ਹੁਣ ਤਾਂ ਤੁਸੀਂ ਮੇਰੀ ਕਲਮਾ ਹੋ, ਮੇਰੇ 'ਤੇ ਬਖਸ਼ਿਸ਼ ਕਰੋ, ਮੈਨੂੰ ਬਖਸ਼ ਲਵੋ, ਮੇਰੇ ਤੋਂ ਵੱਡਾ ਗੁਨਾਹ ਹੋਇਆ ਏ। ਤੇ ਗੁਰੂ ਸਵਾਰੇ ਗੁਰੂ ਸਾਹਿਬਾਨ ਦੇ ਸਨਮੁਖ
ਫਿਰ ਪੈਂਦੇ ਖਾਨ ਆਪਣੇ ਸਰੀਰ ਨੂੰ ਤਿਆਗਿਆ ਸੀ। ਦੇਖੋ ਆਪ ਕਰਤ ਨੂੰ ਤਿਆਗਿਆ ਸੀ। ਦੇਖੋ ਆਪ ਕਰਤਾ, ਆਪ ਭੁਗਤਾ, ਆਪ ਕਾਰਨ ਕੀ ਹੈ। ਆਪਣੇ ਹੱਥੀਂ ਪਾਲਿਆ। ਫਿਰ ਜਦੋਂ ਘਰ 'ਚ ਵਿਆਹ ਹੋ ਗਿਆ, ਸ਼ਾਦੀ ਹੋ ਗਈ, ਲੜਕੀ ਦਾ ਜਨਮ ਹੋਇਆ, ਤੇ ਸਤਿਗੁਰੂ ਕਹਿੰਦੇ ਕਲਾ ਆ ਗਈ ਘਰ ਵਿੱਚ। ਉਸੇ ਹੀ ਲੜਕੀ ਕਰਕੇ ਫਿਰ ਜਿਹੜਾ ਉਹ ਕਲੇਸ਼ ਪਿਆ ਘਰ ਵਿੱਚ, ਅਸਮਾਨ ਖਾਂ ਜਵਾਈ ਕਰਕੇ, ਤੇ ਇਸ ਕਰਕੇ ਅੱਜ ਪੈਂਦੇ ਖਾਂ ਗੁਰੂ ਤੋਂ ਬੇਮੁਖ ਹੋ ਕੇ ਖਤਮ ਹੋ ਗਏ ਆ। ਸੇ ਇਹ ਸਾਰੀਆਂ ਖੇਡਾਂ ਪਰਮਾਤਮਾ ਦੀਆਂ ਹਨ। ਵਾਹਿਗੁਰੂ ਆਪ ਹੀ ਇਕਨਾਂ ਪਾਸੋਂ ਨਾਮ ਜਪਾਉਂਦਾ, ਬੰਦਗੀ ਕਰਾਉਂਦਾ, ਇਕਨਾਂ ਪਾਸੋਂ ਗੁਰੂ ਸਾਰੇ ਪਰਮੇਸ਼ਰ ਵਾਹਿਗੁਰੂ ਸਾਰੀ ਜ਼ਿੰਦਗੀ ਉਹ ਚੋਰੀਆਂ, ਠੱਗੀਆਂ ਇਤਿਆਦਿਕ ਇਹਨਾਂ ਵੀ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਪਰ ਹਾਂ, ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਨਾ, ਉਹ ਫਿਰ ਦਿਨ ਰਾਤ ਗੁਰੂ ਸਾਹਿਬਾਨ ਦੇ ਚਰਨਾਂ 'ਚ ਫਰਿਆਦ ਕਰਦੇ ਨੇ, ਹੱਥ ਜੋੜ ਕੇ ਘਗਿਆ ਕੇ ਬੇਨਤੀਆਂ ਕਰਦੇ ਹਨ ਕਿ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਖਸ਼ ਲਵੋ, ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਫਿਰ ਉਹ ਗੁਰੂ ਸਾਹਿਬਾਨ ਜੀ ਪਿਛਲੇ ਗੁਨਾਹਾਂ ਨੂੰ ਬਖਸ਼ ਕੇ ਅੱਗੇ ਸ਼੍ਰੇਸ਼ਟ ਮਾਰਗ ਨੂੰ ਪਾ ਦਿੰਦੇ ਨੇ। ਪਰ ਸਤਿਗੁਰੂ ਇੱਥੇ ਬਚਨ ਕਰਦੇ ਹਨ, ਕਹਿੰਦੇ ਭਾਈ ਕਾਰਨ ਕਰਤੈ ਜੋ ਕੀਆ। ਕਰਤੇ ਵਾਹਿਗੁਰੂ ਨੇ, ਜੋ ਕਹਿੰਦੇ ਕਾਰਨ ਪੈਦਾ ਕੀਤਾ ਸੋਈ ਹੈ ਕਰਨਾ। ਉਹੀ ਕਹਿੰਦੇ ਉਹਨਾਂ ਕਰਨਾ ਆਪਣੇ, ਉਹ ਆਪਣੇ ਹੁਕਮ ਦਾ ਆਪ ਮਾਲਕ ਹੈ, ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਕਰਤੇ ਵਾਹਿਗੁਰੂ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ। ਜੇ ਸੋ ਧਾਵੈ ਪ੍ਰਾਣੀਆਂ ਪਾਵਹਿ ਤੁਰ ਲੈਣਾ। ਇੱਕ ਜੀਵ ਅਮੀਰ ਹੈ, ਇੱਕ ਗਰੀਬ ਹੈ। ਇੱਕ ਦੇ ਘਰ ਦਾ ਗੁਜਰਾਨ ਮਸਾਂ ਹੀ ਚੱਲਦਾ, ਇੱਕ ਦੇ ਘਰ ਵਿੱਚ ਪ੍ਰਮਾਤ 36 ਪ੍ਰਕਾਰ ਦੇ ਪਕਵਾਨ ਨੇ, ਕਮੀ ਕਿਸੇ ਪ੍ਰਕਾਰ ਦੀ ਨਹੀਂ ਹੈ। ਇਹ ਸਾਰੀਆਂ ਖੇਡਾਂ ਕਿਹਦੀਆਂ ਨੇ? ਵਾਹਿਗੁਰੂ ਦੀਆਂ ਖੇਡਾਂ ਹਨ। ਪਰ ਕਹਿੰਦੇ ਜੀਵ ਪਦਾਰਥਾਂ ਨੂੰ ਇਕੱਤਰ ਕਰਨ ਦੇ ਲਈ ਕਦੇ ਇੱਧਰ ਨੂੰ ਦੌੜਦਾ, ਕਦੇ ਉੱਧਰ ਨੂੰ ਦੌੜਦਾ, ਚਾਰੇ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ ਹੈ ਕਿ ਸ਼ਾਇਦ ਮੈਨੂੰ ਇੱਥੋਂ ਕੁਝ ਪ੍ਰਾਪਤ ਤੋਂ ਕੁਝ ਪ੍ਰਾਪਤ ਹੋ ਜਾਵੇ। ਸਤਿਗੁਰੂ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਜੇ ਸੋ ਧਾਵੈ ਪ੍ਰਾਣੀਆਂ, ਤੂੰ ਇਸ ਤਰ੍ਹਾਂ ਦੌੜਦਾ ਭੱਜਦਾ ਰਵੇ ਹਜ਼ਾਰਾਂ ਮੀਲ ਦੀ ਦੂਰੀ ਤੱਕ। ਕਹਿੰਦੇ ਪਰ ਸੱਚ ਜਾਣੀ ਪਾਵਹਿ ਤੁਰ ਲੈਣਾ, ਜੋ ਧੁਰੋਂ ਦਰਗਾਹੋਂ ਤੇਰੇ ਉੱਤੇ ਬਖਸ਼ਿਸ਼ ਹੋਈ ਹੈ ਨਾ, ਜੋ ਤੇਰੇ ਕਰਮਾਂ 'ਚ ਲਿਖਿਆ ਹੋਇਆ ਹੈ ਤੇ ਉਹੀ ਪ੍ਰਾਪਤ ਕਰਨਾ ਹੈ। ਹੋਰ ਤੈਨੂੰ ਕੁਝ ਨਹੀਂ, ਪਰ ਜੋ ਤੇਰੇ ਲਿਖ ਦਿੱਤਾ ਉਹ ਤੇ ਕੋਈ ਖੋ ਨਹੀਂ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਮਿਹਨਤ ਮਸ਼ੱਕਤ ਨਹੀਂ ਕਰਨੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਹੁਕਮ ਕੀਤਾ, ਸਿੱਖ ਨੇ ਦਸਾਂ ਨੋਹਾਂ ਦੀ ਕਿਰਤ ਕਰਨੀ ਹੈ। ਕਿਰਤ ਕਿਸੇ ਪ੍ਰਕਾਰ ਦੀ ਹੋਵੇ, ਖੇਤੀਬਾੜੀ ਹੈ, ਆਪਣੀਆਂ ਦੁਕਾਨਦਾਰੀ ਹੈ, ਫੈਕਟਰੀ ਇਤਿਆਦਿਕ ਚਲਾਉਂਦੇ ਨੇ, ਜਾਂ ਫਿਰ ਇਸ ਧਨ ਨੂੰ ਕਮਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਵਿਚਰਦੇ ਨੇ। ਕਿਰਤ ਆਪਣੀ ਕਿਰਤ ਜ਼ਰੂਰੀ ਹੈ। ਪਰ ਸਤਿਗੁਰੂ ਕਹਿੰਦੇ ਮਿਲਣਾ ਉਹੀ ਹੈ ਜੋ ਕਹਿੰਦੇ ਧੁਰੋਂ ਦਰਗਾਹੋਂ ਤੈਂ ਲੈਣਾ ਹੈ, ਪਰਮਾਤਮਾ ਨੂੰ ਲਿਖਿਆ ਹੋਇਆ ਉਹ ਤੈਨੂੰ ਮਿਲਣਾ ਹੈ। ਕਹਿੰਦੇ ਮਿਹਨਤ ਤੂੰ ਕਰ ਤੇ ਫਲ ਦੀ ਇੱਛਾ ਨਾ ਰੱਖ। ਇਹ ਸੋਚ ਕੇ ਮੇਰਾ ਕੰਮ ਹੈ ਮਿਹਨਤ ਕਰਨੀ ਤੇ ਫਲ ਦੇਣਾ ਮੇਰੇ ਮਾਲਕ ਦਾ ਕੰਮ ਹੈ। ਜਦੋਂ ਉਹਨੂੰ ਭਾ ਜਾ ਚੰਗਾ ਲੱਗੇਗਾ ਤੇ ਆਪਣੇ ਆਪ ਉਹਨੇ ਫਲ ਦੇ ਦੇਣਾ ਹੈ। ਇਸ ਕਰਕੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਬਿਨ ਕਰਮਾ ਕਿਛੂ ਨਾ ਲੱਭੇ, ਜੇ ਫਿਰ ਹੈ ਸਭ ਧਰਨਾ। ਫਿਰ ਗੁਰੂ ਸਵਾਰਿਓ ਜੀਵ ਜਿਹੜਾ ਜਗਿਆਸੂ ਹੈ, ਉਹਦੇ ਮਨ ਦੇ ਵਿੱਚ ਇਹ ਇੱਛਾ ਜ਼ਾਹਰ ਹੋਈ ਕਿ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਾਂ। ਪਰਮਾਤਮਾ ਜਿਸ ਵਾਹਿਗੁਰੂ ਦੇ ਗੁਣਾਂ ਦੇ ਬਾਤ ਮੈਂ ਸੁਣ ਰਿਹਾ, ਵਡਿਆਈ ਸੁਣ ਰਿਹਾ ਹਾਂ, ਉਸ ਵਾਹਿਗੁਰੂ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਕਈ ਥਾਂ ਤੋਂ ਲੱਭ ਕੇ ਪ੍ਰਾਪਤ ਕਰ ਲਵਾਂ। ਕਹਿੰਦੇ ਫਿਰ ਜੀਵ ਪਰਮਾਤਮਾ ਨੂੰ ਲੱਭਣ ਦੇ ਲਈ ਥਾਵਾਂ ਤਾਂ ਚੱਲ ਪਿਆ। ਕਦੇ ਪਹਾੜਾਂ ਉੱਤੇ ਜਾ ਕੇ ਪਹੁੰਚ ਗਿਆ, ਪਰਬਤ ਵਾਸੀ ਬਣ ਗਿਆ। ਕਦੇ ਜੰਗਲ ਵਿੱਚ ਜਾ ਕੇ ਡੇਰੇ ਲਾ ਲਏ, ਜੰਗਲ ਵਾਸੀ ਬਣ ਗਿਆ। ਕਦੇ ਤੀਰਥਾਂ 'ਤੇ ਸੁਣਿਆ ਕਿ ਸ਼ਾਇਦ ਪਰਮਾਤਮਾ ਤੀਰਥਾਂ ਉੱਤੇ ਹੈ,
ਤੇ ਤੀਰਥਾਂ ਦੇ ਇਸ਼ਨਾਨ ਕਰਨ ਲੱਗ ਪਿਆ। ਤੀਰਥਾਂ ਉੱਤੇ ਜਾ ਕੇ ਡੇਰੇ ਲਾ ਲਏ ਤੇ ਕਦੇ ਗੁਰੂ ਸਵਾਰੇ ਜਿਸ ਯਾਤਰਾਵਾਂ ਤੇ ਤੁਰ ਪਿਆ ਕਿ ਸ਼ਾਇਦ ਮੈਨੂੰ ਰੱਬ ਇਸ ਤਰੀਕੇ ਨਾਲ ਮਿਲ ਜਾਵੇ, ਪਰ ਗੁਰੂ ਸਵਾਰੇ ਖਾਲੀ ਮੁੜ ਆਇਆ। ਨਾ ਤੀਰਥਾਂ ਤੋਂ ਕੁਝ ਪ੍ਰਾਪਤ ਹੋਇਆ, ਨਾ ਪਹਾੜਾਂ ਤੋਂ, ਤੇ ਨਾ ਹੀ ਇਸ ਤਰੀਕੇ ਦੇ ਨਾਲ ਜੰਗਲਾਂ ਵਿੱਚ ਕੁਝ ਪ੍ਰਾਪਤ ਹੋਇਆ। ਤੇ ਗੁਰੂ ਸਾਹਿਬਾਨ ਦੇ ਬਚਨ ਪੜ੍ਹਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹਿ ਸੰਗ ਸਮਾਈ, ਪੋਹ ਪਮਾਹੇ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜਿਸ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭਰਮ ਕੀ ਕਾਈ। ਧੰਨ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਭਾਈ ਜੰਗਲਾਂ ਵਿੱਚ ਜਾ ਕੇ ਤੂੰ ਕੀ ਖੋਜ ਰਿਹਾ ਰੱਬ ਨੂੰ। ਰੱਬ ਜੰਗਲਾਂ ਦੇ ਵਿੱਚ ਨਹੀਂ ਹੈ, ਰੱਬ ਪਹਾੜਾਂ ਉੱਤੇ ਨਹੀਂ ਹੈ, ਉਹ ਰੱਬ ਤੇਰੇ ਅੰਦਰ ਹੈ। ਇਸ ਤਰੀਕੇ ਨਾਲ ਰੱਬ ਰਹਿ ਰਿਹਾ ਹੈ। ਕਹਿੰਦੇ ਜਿਸ ਤਰ੍ਹਾਂ ਮੁਕਰ ਮਾਹੇ ਜੈ ਛਾਈ, ਜਿਵੇਂ ਆਪਾਂ ਆਪਣਾ ਸ਼ੀਸ਼ੇ ਦੇ ਅੱਗੇ ਖਲੋਗੇ ਨਾ, ਸ਼ੀਸ਼ੇ ਦੇ ਅੱਗੇ ਖਲੋ ਕੇ ਸਾਡਾ ਜਿਹੜਾ ਅਕਸ ਹੈ ਉਹ ਸ਼ੀਸ਼ੇ 'ਚ ਦਿਖਦਾ ਹੈ। ਜਿਵੇਂ ਇੱਕ ਫੁੱਲ ਦੇ ਵਿੱਚ ਸੁਗੰਧੀ ਹੈ ਤੇ ਸੋ ਸਾਨੂੰ ਬਾਸ਼ਨਾ ਆਉਂਦੀ ਹੈ, ਤੇ ਇਸੇ ਤਰੀਕੇ ਦੇ ਨਾਲ ਹੀ ਮੁਕਰ ਮਹਿਜ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਇਸ ਤਰੀਕੇ ਨਾਲ ਉਹ ਪਰਮਾਤਮਾ ਸਾਡੇ ਅੰਦਰ ਵਸ ਰਿਹਾ ਨਿਰੰਤਰ ਲਗਾਤਾਰ। ਕਹਿੰਦੇ ਭਾਈ ਆਪਣੇ ਘਟ ਹਿਰਦੇ ਦੇ ਵਿੱਚੋਂ ਉਸ ਮਾਲਕ ਨੂੰ ਲੱਭਣਾ ਕਰੋ, ਬਾਹਰ ਜਾਣ ਦੀ ਲੋੜ ਨਹੀਂ ਹੈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਸਾਡੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਸਾਨੂੰ, ਬਾਹਰ ਵੀ ਸੰਸਾਰ ਦੇ ਵਿੱਚ ਵੀ ਇੱਕ ਪਰਮੇਸ਼ਰ, ਭੀਤਰ ਅੰਦਰ ਵੀ ਇੱਕ, ਉਹ ਇੱਕ ਹੀ ਹੈ। ਇਹ ਗਿਆਨ ਮਿਲਿਆ ਗੁਰੂ ਸਾਹਿਬਾਨ ਪਾਸੋਂ, ਗੁਰੂ ਸਾਹਿਬਾਨ ਪਾਸੋਂ ਗਿਆਨ ਮਿਲਿਆ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਪਰਮੇਸ਼ਰ ਅੰਦਰ ਵੀ ਹੈ ਭਾਈ, ਬਾਹਰ ਵੀ ਹੈ। ਇਸ ਕਰਕੇ ਪਰ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭਰਮ ਕੀ ਕਾਈ। ਜਦ ਤੂੰ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ, ਆਪਣੇ ਅੰਦਰ ਦੀ ਖੋਜ ਨਹੀਂ ਕਰਦਾ, ਕਹਿੰਦੇ ਉਦੋਂ ਤੱਕ ਤੇਰੇ ਭਰਮ ਦੀ ਕਾਈ ਨਹੀਂ ਮਿਟ ਸਕਦੀ। ਭਾਵ ਤੈਨੂੰ ਅੰਦਰੋਂ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ, ਤੈਨੂੰ ਅੰਦਰ ਦੀ ਖੋਜ ਕਰਨੀ ਪਏਗੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਗੱਲ ਤਾਂ ਆਪਣੇ ਅੰਦਰ ਝਾਤ ਮਾਰਨ ਦੀ ਹੈ। ਜਿਨ੍ਹਾਂ ਨੇ ਫਿਰ ਅੰਦਰੋਂ ਉਸ ਮਾਲਕ ਨੂੰ, ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਫਿਰ ਗੁਰੂ ਸਰੇ ਉਹ ਥਾਵਾਂ ਥਾਂ 'ਤੇ ਜਾ ਕੇ ਭਟਕਦੇ ਨਹੀਂ ਹਨ। ਉਹ ਹਿਰਦੇ ਦੇ ਵਿੱਚੋਂ ਹੀ ਉਸ ਗੁਪਤ ਰੂਪ ਜਿਹੜਾ ਪਰਮੇਸ਼ਰ ਬੈਠਾ ਹੋਇਆ ਹੈ, ਫਿਰ ਉਹ ਇਸ ਸਰੀਰ ਨੂੰ ਹੀ ਸਭ ਕੁਝ ਮੰਨਦੇ ਨੇ। ਕਾਇਓ ਦੇਵਾ ਕਾਇਓ ਦੇਵਲ, ਕਾਇਓ ਜੰਗਮ ਜਾਤੀ। ਤੇ ਕਹਿੰਦੇ ਕਾਇਆ ਹੀ ਦੇਵਤਾ ਹੈ, ਕਾਇਆ ਹੀ ਦੇਵਲ ਹੈ, ਇਹੀ ਜੰਗਮ ਜਾਤੀ ਸਭ ਕੁਝ ਹੈ। ਕਿਉਂਕਿ ਇਸੇ ਹੀ ਸਰੀਰ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਬੈਠਾ ਹੋਇਆ ਹੈ। ਕਿਉਂਕਿ ਜਿੱਥੇ ਪਰਮਾਤਮਾ, ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਿੱਥੇ ਜੀਵ ਦਾ ਵਾਸ ਆ ਤੇ ਉੱਥੇ ਹੀ ਪਰਮਾਤਮਾ ਦਾ ਵਾਸਾ ਹੈ। ਅੰਤःਕਰਨ ਵਿੱਚ ਪਰਮਾਤਮਾ, ਅੰਤःਕਰਨ ਵਿੱਚ ਜੀਵ ਬੈਠਾ ਹੋਇਆ। ਬੜੀ ਪਰ ਭਰਮ ਦੀ ਕਾਈ ਹੋਣ ਕਰਕੇ ਜੀਵ ਨੂੰ ਆਪਣਾ ਮਾਲਕ ਪ੍ਰਭੂ ਦਿਖਾਈ ਨਹੀਂ ਦੇ ਰਿਹਾ। ਜਦੋਂ ਆਪਣੇ ਆਪ ਨੂੰ ਚੀਨਣਾ ਕੀਤਾ, ਆਪਣੇ ਆਪ ਦੀ ਪਹਿਚਾਣ ਕੀਤੀ ਕਿ ਮੈਂ ਕੀ ਹਾਂ, ਕਿੱਥੋਂ ਆਇਆ, ਕਾਹਦੇ ਲਈ ਆਇਆ ਹਾਂ,
ਤੇ ਮੈਂ ਕਰ ਕੀ ਰਿਹਾ ਹਾਂ। ਜਦੋਂ ਇਹ ਵਿਚਾਰ ਕੀਤੀ ਤੇ ਉਦੋਂ ਫਿਰ ਜਦੋਂ ਅੰਦਰ ਖੋਜ ਕੀਤੀ ਤੇ ਉਦੋਂ ਫਿਰ ਭਰਮ ਦੀ ਕਾਈ ਮਿਟਦੀ ਸਾਡੇ ਗੁਰੂ ਦੀ ਕਿਰਪਾ, ਗੁਰੂ ਸਾਹਿਬਾਨ ਦੇ ਗਿਆਨ ਦੇ ਰਾਹੀਂ। ਫਿਰ ਉਦੋਂ ਪਹਿਚਾਣ ਹੁੰਦੀ ਹੈ ਕਿ ਜਿਸ ਰੱਬ ਨੂੰ ਮੈਂ ਥਾਵਾਂ ਥਾਂ ਤੇ ਲੱਭਦਾ ਫਿਰਦਾ, ਅਸਲ ਵਿੱਚ ਉਹ ਰੱਬ ਮੇਰੇ ਹਿਰਦੇ ਅੰਦਰ ਹੈ, ਉਹ ਬਾਹਰ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਪਰ ਗੱਲ ਇਹ ਹੈ, ਬਿਨ ਕਰਮਾ ਕਿਛੂ ਨਾ ਲੱਭੇ, ਕਰਮਾਂ ਤੋਂ ਬਿਨਾਂ ਕੁਝ ਨਹੀਂ ਲੱਭ ਸਕਦਾ। ਜੇ ਫਿਰ ਹੈ ਸਭ ਧਰਨਾ, ਚਾਹੇ ਸਾਰੀ ਧਰਤੀ ਉੱਤੇ ਵਿਚਰ ਲਈਏ। ਪਦਾਰਥਵਾਦੀ ਸੋਚ ਨੂੰ ਮੁੱਖ ਰੱਖਦੇ ਹਾਂ, ਪਦਾਰਥ ਇਕੱਤਰ ਕਰਨ ਦੇ ਲਈ 9 ਖੰਡ ਪ੍ਰਿਥਵੀ ਤੇ ਵਿਚਰਦੇ ਰਹੀਏ। ਕਹਿੰਦੇ ਪਰ ਜੇ ਕਰਮਾਂ 'ਚ ਲਿਖਿਆ ਨਹੀਂ ਤੇ ਕੁਝ ਵੀ ਨਹੀਂ ਮਿਲਣਾ। ਜੇ ਲਿਖਿਆ ਹੋਇਆ ਕਰਮਾਂ ਵਿੱਚ ਮਿੱਟੀ ਨੂੰ ਹੱਥ ਲਾਵੇਗਾ ਸੋਨਾ ਬਣਦੀ ਜਾਵੇਗੀ। ਇਸੇ ਤਰ੍ਹਾਂ ਹੀ ਰੱਬ ਨੂੰ ਲੱਭਣ ਵਾਸਤੇ ਜੀਵ ਥਾਵਾਂ ਥਾਵਾਂ ਤੇ ਭਟਕਦਾ ਰਹੇ, ਸਾਰੀ ਧਰਤੀ ਦਾ ਭ੍ਰਮਣ ਕਰ ਲਵੇ ਕਿ ਮੈਂ ਰੱਬ ਨੂੰ ਪ੍ਰਾਪਤ ਕਰਨਾ। ਪਰ ਜਿਹੜੇ ਮੱਥੇ ਧੁਰੋਂ ਦਰਗਾਹੋਂ ਮੱਥੇ ਦੇ ਲੇਖ ਲਿਖੇ ਹੁੰਦੇ ਨੇ ਨਾ, ਉਹਦੇ ਮੁਤਾਬਕ ਹੀ ਫਿਰ ਜੀਵ ਦਾ ਈਸ਼ ਨਾਲ ਮਿਲਾਪ ਹੁੰਦਾ ਹੈ। ਕਮਾਈ ਕਰਾਂਗੇ, ਜਿੰਨੀ ਸਾਡੀ ਕਮਾਈ ਹੋਵੇਗੀ ਨਾ, ਉਹ ਸਾਡਾ ਬੈਲੈਂਸ ਦਾ ਵੱਧਦਾ ਜਾਵੇਗਾ। ਪਰ ਜਿਸ ਦਿਨ ਇੱਕ ਦਿਨ ਇਹੋ ਜਿਹੀ ਅਵਸਥਾ ਬਣ ਗਈ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਜਿਸ ਦਿਨ ਇਹ ਅਵਸਥਾ ਬਣ ਗਈ ਨਾ, ਇੱਕ ਕਿਣਕਾ ਮਾਤਰ ਨਾਮ ਹਿਰਦੇ ਅੰਦਰ ਵਸ ਗਿਆ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹੋ ਜਿਹੀ ਫਿਰ ਅਵਸਥਾ ਬਣ ਜਾਣੀ ਹੈ। ਫਿਰ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਇੱਕ ਨਿਰੰਕਾਰ ਵਾਹਿਗੁਰੂ ਦਿਖਾਈ ਦੇਵੇਗਾ। ਪਰ ਇਹ ਕਿਰਪਾ ਕਿਸੇ ਵੇਲੇ ਉੱਤੇ ਹੁੰਦੀ ਹੈ। ਕੋਟਨ ਮੈਂ ਨਾਨਕ ਕਹੂ, ਨਾਰਾਇਣ ਜਿਹ ਚੀਤ। ਕੋਈ ਬਿਰਲਾ ਹੀ ਹੈ ਜਿਹਦੇ ਉੱਤੇ ਇਸ ਐਡੀ ਵੱਡੀ ਕਣਕਾ ਮਾਤ ਜੀ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਵੇ। ਤੇ ਸਤਿਗੁਰੂ ਨੇ ਚਾਹੇ ਤੂੰ ਸਾਰੀ ਧਰਤੀ ਉੱਤੇ ਖੋਜ ਕਰਦਾ ਰਹਿ, ਥਾਵਾਂ ਥਾਂ ਦੇ ਭਟਕਦਾ ਰਹਿ, ਭ੍ਰਮਣ ਕਰ ਲੈ, ਕਹਿੰਦੇ ਬਿਨਾਂ ਕਰਮਾਂ ਤੋਂ ਭਾਈ ਤੈਨੂੰ ਕੁਝ ਨਹੀਂ ਮਿਲਣਾ ਹੈ। ਗੁਰ ਮਿਲ ਭੋ ਗੋਬਿੰਦ ਕਾ, ਭੈ ਡਰ ਦੂਰ ਕਰਨਾ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਤਾਂ ਰੱਬ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ ਨਾ, ਪਹਿਲਾਂ ਗੁਰੂ ਨੂੰ ਮਿਲਣਾ ਕਰ। ਪਹਿਲਾਂ ਆਪਣੇ ਗੁਰੂ ਨਾਲ ਮਿਲਾਪ ਕਰ। ਗੁਰੂ ਨੂੰ ਮਿਲ ਕੇ ਕੀ ਹੋਇਆ ਕਿ ਭੋ ਗੋਬਿੰਦ ਕਾ, ਗੁਰ ਮਿਲ ਭੋ ਗੋਬਿੰਦ। ਇਹਦਾ ਭਾਵ ਇੱਕ ਹੁੰਦਾ ਭਉ, ਭੱਬੇ ਨੂੰ ਕੰਨਾ ਤੇ ਊੜੇ ਨੂੰ ਔਂਕੜ, ਭਾਵ ਤੇ ਉਹਦਾ ਅਰਥ ਬਣ ਗਿਆ ਪ੍ਰੇਮ। ਤੇ ਭੱਬਾ ਤੇ ਊੜੇ ਨੂੰ ਔਂਕੜ ਜਿਹੜਾ ਇੱਥੇ ਸ਼ਬਦ ਆਇਆ ਹੈ, ਇਹਦਾ ਭਉ ਡਰ। ਕਹਿੰਦੇ ਗੁਰੂ ਨੂੰ ਮਿਲ ਕੇ ਪਰਮੇਸ਼ਰ ਦਾ ਜਿਹੜਾ ਭਉ ਹੈ, ਪਰਮੇਸ਼ਰ ਦਾ ਡਰ ਹੈ, ਆਪਣੇ ਮਨ ਵਿੱਚ ਕਹਿੰਦੇ ਰੱਖਣਾ ਕਰ। ਇਹ ਯਾਦ ਰੱਖ ਜ਼ਿੰਦਗੀ 'ਚ ਵਿਚਰਦਿਆਂ ਹੋਇਆਂ ਕਿ ਜੋ ਮੈਂ ਕਰ ਰਿਹਾ ਹਾਂ, ਮੈਂ ਕਾਰਜ ਕਰਦਾ, ਕੰਮ ਧੰਦੇ ਕਰਦਾ, ਜੋ ਕੁਝ ਵੀ ਕਰ ਰਿਹਾ, ਮੇਰਾ ਮਾਲਕ ਮੇਰੇ ਨਾਲ ਹੈ ਤੇ ਮੈਨੂੰ ਦੇਖ ਰਿਹਾ ਹੈ। ਉਹ ਮੇਰੇ ਚੰਗੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਲਿਖ ਰਿਹਾ ਹੈ। ਜਦੋਂ ਇਸ ਤਰੀਕੇ ਨਾਲ ਅਸੀਂ ਮਾਲਕ ਨੂੰ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਾਂਗੇ ਨਾ, ਤੇ ਜ਼ਿੰਦਗੀ 'ਚ ਕੋਈ ਫਿਰ ਗਲਤ ਕੰਮ ਜੀਵ ਨਹੀਂ ਕਰ ਸਕੇਗਾ। ਚੋਰ ਚੋਰੀ ਉਦੋਂ ਕਰਦਾ ਜਦੋਂ ਉਹ ਦੇਖਦਾ ਆਲੇ ਦੁਆਲੇ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ। ਉਦੋਂ ਹੀ ਉਹ ਛੰਨ ਲਾਉਂਦਾ ਨਾ। ਜਦੋਂ ਸਾਰੇ ਸੌ ਜਾਂਦੇ ਨੇ ਫਿਰ ਚੋਰ ਆਪਣਾ ਕੰਮ ਸ਼ੁਰੂ ਕਰ ਦਿੰਦਾ। ਪਰ ਜਦੋਂ ਚੋਰ ਦੇ ਮਨ 'ਚ ਇਹ ਗਿਆਨ ਆ ਜਾਵੇ ਨਾ ਕਿ ਮੈਨੂੰ ਬੇਸ਼ੱਕ ਦੁਨੀਆ ਦੇ ਲੋਕ ਸੁੱਤੇ ਪਏ ਨੇ ਤੇ ਰੱਬ ਤਾਂ ਮੈਨੂੰ ਦੇਖ ਰਿਹਾ ਨਾ, ਪਰਮਾਤਮਾ ਦੇਖ ਰਿਹਾ, ਤੇ ਜ਼ਿੰਦਗੀ 'ਚ ਕਦੇ ਚੋਰੀ ਨਹੀਂ ਕਰ ਸਕੇਗਾ। ਜਿਨ੍ਹਾਂ ਦੇ ਮਨ ਦੇ ਵਿੱਚ
ਰੱਬ ਦਾ ਡਰ, ਪਰਮਾਤਮਾ ਦਾ ਭੈ ਹੈ, ਅਸਲ ਦੇ ਵਿੱਚ ਗੁਰੂ ਸਵਾਰੇ ਫਿਰ ਉਹੀ ਜੀਵ ਨੇ ਜਿਹੜੇ ਹਰ ਸਮੇਂ ਉਸ ਮਾਲਕ ਦੇ ਭੈ ਵਿੱਚ ਰਹਿ ਕੇ ਉਸ ਮਾਲਕ ਨੂੰ ਪ੍ਰਾਪਤ ਕਰ ਲੈਂਦੇ ਨੇ। ਕਹਿੰਦੇ ਪਰ ਇਹ ਭੋਗ ਕਿੱਥੋਂ ਪੈਦਾ ਹੋਣਾ? ਗੁਰੂ ਨੂੰ ਮਿਲ ਕੇ। ਗੋਬਿੰਦ ਦਾ ਭੈ ਮਨ 'ਚ ਰੱਖ, ਭੈ ਡਰ ਦੂਰ ਕਰਨਾ। ਜਿਹੜਾ ਸੰਸਾਰੀ ਭੈ ਹੈ, ਡਰ ਹੈ, ਤੇਰੇ ਮਨ 'ਚ ਜੰਮਣ ਮਰਨ ਦਾ ਡਰ, ਇਹ ਸਾਰਾ ਕਹਿੰਦੇ ਆਪਣੇ ਅੰਦਰੋਂ ਭਾਈ ਤੂੰ ਦੂਰ ਕਰਨਾ ਕਰ। ਭੈ ਤੇ ਬੈਰਾਗ ਊਪਜੈ, ਹਰ ਖੋਜਤ ਫਿਰਨਾ। ਕਹਿੰਦੇ ਇਸੇ ਹੀ ਪ੍ਰਮਾਤਮਾ ਦੇ ਭੈ ਦੇ ਵਿੱਚ ਰਹਿ ਕੇ ਤੇਰੇ ਅੰਦਰ ਬੈਰਾਗ ਪੈਦਾ ਹੋਵੇਗਾ। ਜਦ ਤੇਰੇ ਅੰਦਰ ਭੈ ਹੋ ਗਿਆ ਨਾ ਮਾਲਕ ਦਾ, ਕਿ ਮੇਰਾ ਮਾਲਕ ਮੈਨੂੰ ਦੇਖ ਰਿਹਾ ਹੈ, ਮੈਂ ਮਾਲਕ ਨੂੰ ਚੇਤੇ ਕਰਾਂ, ਕਹਿੰਦੇ ਫਿਰ ਇੱਥੋਂ ਜੀਵ ਦੇ ਅੰਦਰ ਫਿਰ ਬੈਰਾਗ ਪੈਦਾ ਹੋ ਜਾਂਦਾ। ਬੈਰਾਗ ਉਪਜੈ। ਜਦੋਂ ਹਿਰਦੇ ਅੰਦਰ ਡਰ ਹੀ ਨਹੀਂ ਕਿਸੇ ਪ੍ਰਕਾਰ ਦਾ, ਤੇ ਸਾਡੇ ਅੰਦਰ ਫਿਰ ਬੈਰਾਗ ਕਿੱਥੋਂ ਪੈਦਾ ਹੋਵੇਗਾ? ਕਹਿੰਦੇ ਇਸੇ ਹੀ ਭੈ ਕਰਕੇ ਬੈਰਾਗ ਉਪਜਦਾ ਹੈ, ਤੇ ਇਸੇ ਹੀ ਬੈਰਾਗ ਕਰਕੇ ਫਿਰ ਹਰ ਖੋਜਤ ਫਿਰਨਾ। ਜੀਵ ਫਿਰ ਹਰੀ ਨੂੰ ਥਾਵਾਂ ਥਾਵਾਂ ਦੇ ਲੱਭਦਾ ਫਿਰਦਾ ਹੈ, ਇਸੇ ਹੀ ਬੈਰਾਗ ਕਰਕੇ। ਪਰ ਗੁਰੂ ਸਵਾਰੇ ਕਿਸੇ ਬਿਰਲੇ ਦੇ ਅੰਦਰ ਪਰਮਾਤਮਾ ਦਾ ਭੈ ਡਰ ਰਹਿੰਦਾ, ਕਿਸੇ ਬਿਰਲੇ ਦੇ ਅੰਦਰ ਹੀ ਫਿਰ ਜੇ ਬੈਰਾਗ ਪੈਦਾ ਹੁੰਦਾ ਹੈ, ਕਿਉਂਕਿ ਇਸ ਬੈਰਾਗ ਦੇ ਰਾਹੀਂ ਹੀ ਸਾਡੀ ਉਸ ਵਾਹਿਗੁਰੂ ਨਾਲ ਨੇੜਤਾ ਹੋ ਸਕਦੀ ਹੈ, ਗੁਰੂ ਨਾਲ ਨੇੜਤਾ ਹੋ ਸਕਦੀ ਹੈ। ਜੇ ਗੁਰੂ ਦੇ ਪ੍ਰਤੀ ਸਾਡੇ ਅੰਦਰ ਪਿਆਰ ਨਹੀਂ ਹੈ, ਬੈਰਾਗ ਨਹੀਂ ਹੈ, ਤੇ ਗੁਰੂ ਸਾਨੂੰ ਕਿਵੇਂ ਦੀਦਾਰ ਦੇਵੇਗਾ? ਜੇ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਸਿੱਖਾਂ ਨੇ ਬਹੁਤ ਸਾਰੇ ਇਤਿਹਾਸ 'ਚ ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਨੇ ਕਿ ਸਿੱਖ ਨੇ ਬੈਰਾਗਮਈ ਅਵਸਥਾ ਵਿੱਚ ਆ ਕੇ ਆਪਣੇ ਗੁਰੂ ਨੂੰ ਚੇਤੇ ਕੀਤਾ, ਤੇ ਗੁਰੂ ਨੇ ਅੱਗੋਂ ਫਿਰ ਉਹ ਸਿੱਖ ਨੂੰ ਜਾ ਕੇ ਦੀਦਾਰ ਬਖਸ਼ਣਾ ਕੀਤੇ, ਗੁਰੂ ਨੇ ਜਾ ਕੇ ਨਿਵਾਜਣਾ ਕੀਤਾ। ਇੱਕ ਬੈਰਾਗ ਕਰਕੇ ਹੀ ਅਵਸਥਾ ਬਣੀ ਹੈ। ਭੈਣ ਨਾਨਕੀ, ਮਾਤਾ ਤ੍ਰਿਪਤਾ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ ਨੇ ਨਾ, ਤੇ ਸਤਿਗੁਰੂ ਪਹੁੰਚ ਜਾਂਦੇ ਸੀ। ਕਹਿੰਦੇ ਨੇ ਅੱਜ ਧੰਨ ਗੁਰੂ ਨਾਨਕ ਦੇ ਮਹਾਰਾਜ ਵਿਚਰ ਰਹੇ ਨੇ, ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਵਿਚਾਰ ਆ ਗਈ, ਪ੍ਰਸ਼ਾਦਾ ਤਿਆਰ ਕਰਦੇ ਨੇ ਕਿ ਮੇਰਾ ਪੁੱਤਰ ਆ ਜਾਵੇ, ਮੈਂ ਪੁੱਤਰ ਨੂੰ ਹੱਥੀਂ ਪ੍ਰਸ਼ਾਦਾ ਛਕਾਵਾਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕੇ ਦਰਵਾਜ਼ਾ ਖੜਕਾ ਦਿੱਤਾ, ਸਤਿਗੁਰੂ ਪ੍ਰਗਟ ਹੋ ਗਏ। ਜੇ ਭੈਣ ਨਾਨਕੀ ਜੀ ਯਾਦ ਕਰਦੇ ਨੇ ਕਿ ਗਰਮ ਗਰਮ ਪ੍ਰਸ਼ਾਦਾ ਮੈਂ ਤਿਆਰ ਕਰ ਰਹੀ ਹਾਂ, ਫੁਲਕਾ ਜਿਹੜਾ ਹੈ ਤਵੇ ਉੱਤੇ ਬਣ ਰਿਹਾ, ਇਹ ਵਿਚਾਰ ਆਉਂਦੀ ਹੈ ਕਿ ਮੇਰਾ ਵੀਰ ਚੱਲ ਕੇ ਆਵੇ, ਮੈਂ ਵੀਰ ਨੂੰ ਪ੍ਰਸ਼ਾਦਾ ਛਕਾਵਾਂ। ਤੇ ਗੁਰੂ ਸਵਾਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਗਟ ਹੁੰਦੇ ਨੇ ਬੈਰਾਗਮਈ ਅਵਸਥਾ 'ਚ, ਕਿਉਂਕਿ ਮਾਂ ਦੇ ਹੱਥਾਂ ਵਿੱਚੋਂ ਹੰਝੂ ਡਿੱਗਦੇ ਨੇ ਪੁੱਤਰ ਨੂੰ ਯਾਦ ਕਰਕੇ। ਭੈਣ ਨਾਨਕੀ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਵਰ ਦੇਣਾ ਕੀਤਾ ਸੀ ਕਿ ਭੈਣ ਜੀ ਜਦੋਂ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਤੁਹਾਡੇ ਕੋਲ ਪ੍ਰਗਟ ਹੋ ਜਾਵਾਂ, ਤੁਹਾਡੇ ਕੋਲ ਆ ਕੇ ਪਹੁੰਚਾਂਗਾ ਜ਼ਰੂਰ, ਜਿੱਥੇ ਮਰਜ਼ੀ ਹੋਵਾਂ। ਤੇ ਜਦੋਂ ਫਿਰ ਮਾਂ ਭੈਣ ਨਾਨਕੀ ਜੀ ਯਾਦ ਕਰਦੇ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਜਾਂਦੇ ਸੀ। ਹੁਣ ਯਾਦ ਕਰਨਾ ਅੰਦਰੋਂ, ਹਿਰਦੇ ਅੰਦਰ ਬੈਰਾਗ ਪੈਦਾ ਹੋਣਾ, ਮਿਲਣ ਦੀ ਤਾਂਘ ਪੈਦਾ ਹੋਣੀ। ਜੇ ਭੈਣ ਨਾਨਕੀ ਨੂੰ ਗੁਰੂ ਨਾਨਕ ਪਾਤਸ਼ਾਹ ਕੇ ਨਿਵਾਸ ਸਕਦੇ ਨੇ, ਜੇ ਆਪਾਂ ਵੀ ਪ੍ਰੇਮ ਦੇ ਸਹਿਤ, ਬੈਰਾਗ ਦੇ ਸਹਿਤ ਗੁਰੂ ਨਾਨਕ ਪਾਤਸ਼ਾਹ ਨੂੰ, ਸਤਿਗੁਰੂ ਨੂੰ ਯਾਦ ਕਰੀਏ, ਪਰਮੇਸ਼ਰ ਨੂੰ ਯਾਦ ਕਰੀਏ, ਤੇ ਪਰਮੇਸ਼ਰ ਸਾਨੂੰ ਵੀ ਨਿਵਾਜ ਸਕਦਾ ਹੈ, ਸਾਡੇ ਉੱਤੇ ਵੀ ਬਖਸ਼ਿਸ਼ ਹੋ ਸਕਦੀ ਹੈ। ਪਰ ਉਹ ਬੈਰਾਗ ਕਿਸੇ ਬਿਰਲੇ ਦੇ ਅੰਦਰ ਪੈਦਾ ਹੁੰਦਾ, ਸਾਰਿਆਂ ਦੇ ਅੰਦਰ ਪੈਦਾ ਨਹੀਂ ਹੁੰਦਾ ਹੈ। ਜਿਹਦੇ ਉੱਤੇ ਮਾਲਕ ਦੀ ਬਖਸ਼ਿਸ਼ ਰਹਿਮਤ ਹੁੰਦੀ ਹੈ, ਫਿਰ ਉਹ ਜੀਵ ਇਸ ਬੈਰਾਗ ਦਾ ਧਾਰਨੀ ਬਣਦਾ ਹੈ। ਤੇ ਬਾਬਾ ਫਰੀਦ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ
ਜਾਣ ਮਸਾਣ। ਕਹਿੰਦੇ ਜਿਸ ਤਨ ਵਿੱਚੋਂ ਬਿਰਹਾ ਨਹੀਂ ਪੈਦਾ ਹੁੰਦਾ, ਵਿਰਾਗ ਨਹੀਂ ਪੈਦਾ ਹੁੰਦਾ, ਸੋ ਤਨ ਜਾਣ ਮਸਾਣ। ਕਹਿੰਦੇ ਉਹ ਜਿਹੜਾ ਤਨ ਹੈ ਜਿਉਂਦਿਆਂ ਜੀ ਇੱਕ ਡੈੱਡ ਬੋਡੀ ਹੈ, ਮੁਰਦਾ ਹੈ, ਉਹ ਕਿਸੇ ਕੰਮ ਨਹੀਂ ਹੈ। ਤੇ ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਦੇ ਰਾਹੀਂ ਹੀ ਵਿਰਾਗ, ਪਹਿਲਾਂ ਮਨ 'ਚ ਪਰਮੇਸ਼ਰ ਦਾ ਭੈ ਰੱਖਣਾ ਪਵੇਗਾ। ਇਸੇ ਹੀ ਭੈ ਤੋਂ ਫਿਰ ਅੱਗੋਂ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਪੈਦਾ ਹੋਈ, ਜਿਹਦੇ ਰਾਹੀਂ ਫਿਰ ਸਾਡੇ ਤੜਫ ਦੇ ਵਿੱਚ ਦਿਨ ਰਾਤ ਜਦੋਂ ਮਾਲਕ ਨੂੰ ਚੇਤੇ ਕਰਾਂਗੇ ਤੇ ਹਿਰਦੇ ਅੰਦਰ ਵਿਰਾਗ ਪੈਦਾ ਹੋਵੇਗਾ। ਇਸੇ ਹੀ ਵਿਰਾਗ ਦੇ ਰਾਹੀਂ ਫਿਰ ਹਰ ਖੋਜ ਤੇ ਫਿਰਨਾ, ਤੇ ਜੀਵ ਜਿਹੜਾ ਹੈ ਹਰੀ ਪਰਮਾਤਮਾ ਨੂੰ ਥਾਵਾਂ ਥਾਂ ਤੇ ਲੱਭਦਾ ਫਿਰਦਾ ਕਿ ਮੈਨੂੰ ਪਰਮਾਤਮਾ ਮਿਲ ਜਾਵੇ, ਮੈਂ ਮਾਲਕ ਨਾਲ ਇੱਕਮਿਕ ਹੋਣਾ, ਮੈਂ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ। ਇਸ ਤਰੀਕੇ ਦੇ ਨਾਲ ਗੁਰੂ ਨੂੰ ਲੱਭਦਾ ਫਿਰਦਾ ਹੈ। ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨ ਮਰਨਾ। ਵਿਰਾਗ ਰਾਹੀਂ ਖੋਜਣ ਲੱਗਿਆ, ਲੱਭਣ ਲੱਗਿਆ, ਖੋਜਦਿਆਂ ਖੋਜਦਿਆਂ ਉਹਨੂੰ ਚੇਤੇ ਕਰਦਿਆਂ ਕਰਦਿਆਂ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਜਪਦੇ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਟਹਿਲ ਸੇਵਾ ਕਰਦੇ ਆ। ਅੱਜ ਅਵਸਥਾ ਇਹੋ ਜਿਹੀ ਬਣ ਗਈ, ਗੁਰੂ ਦੇ ਲੜ ਲੱਗ ਕੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਸਹਿਜ ਉਪਜਿਆ। ਸਹਿਜ ਕਹਿੰਦੇ ਨੇ ਆਤਮ ਅਡੋਲਤਾ ਵਾਲੀ ਅਵਸਥਾ, ਜਿੱਥੇ ਮਨ ਕਦੇ ਡੋਲੇ ਨਾ, ਉਹ ਅਵਸਥਾ ਕਹਿੰਦੇ ਫਿਰ ਉਸ ਜੀਵ ਨੂੰ ਪ੍ਰਾਪਤ ਹੋ ਗਈ। ਫਿਰ ਜਦੋਂ ਸਹਿਜ ਵਾਲੀ ਅਵਸਥਾ ਪਹੁੰਚ ਗਈ, ਫਿਰ ਕਹਿੰਦੇ ਫਿਰ ਜਨਮ ਨਾ ਮਰਨਾ। ਫਿਰ ਉਸ ਜੀਵ ਦਾ ਜੰਮਣ ਮਰਨ ਦਾ ਚੱਕਰ ਕੱਟੇ, ਨਾ ਜੰਮਦਾ ਏ ਉਹ ਤੇ ਨਾ ਹੀ ਫਿਰ ਮਰਦਾ ਏ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਜਿਹੜਾ ਜਨਮ ਹੁੰਦਾ, ਇਹ ਜਨਮ ਤੁਮਾਰੇ ਲੇਖੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਫਿਰ ਉਹ ਅਵਸਥਾ ਬਣਦੀ ਹੈ ਗੁਰੂ ਸਵਾਰਿਓ, ਜਿਨ੍ਹਾਂ ਦੇ ਅੰਦਰ ਇਹ ਵਿਰਾਗ ਪੈ, ਉੱਥੋਂ ਹੀ ਸਭ ਕੁਝ ਉਤਪੰਨ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਇਸ ਤਰੀਕੇ ਦੇ ਨਾਲ ਕਹਿੰਦੇ ਭਾਈ ਫਿਰ ਉਹ ਜੀਵ ਜੰਮਣ ਮਰਨ ਤੋਂ ਰਹਿਤ ਹੁੰਦਾ ਹੈ, ਜਿਹਦੇ ਅੰਦਰ ਪਰਮਾਤਮਾ ਦਾ ਵਿਰਾਗ ਪੈਦਾ ਹੁੰਦਾ। ਸਹਿਜ ਵਾਲੀ ਅਵਸਥਾ ਵਿੱਚ ਆ ਕੇ ਉਸ ਮਾਲਕ ਨੂੰ ਫਿਰ ਉਹ ਚੇਤੇ ਕਰਦਾ ਹੈ, ਫਿਰ ਜੰਮਣ ਮਰਨ ਤੋਂ ਰਹਿਤ ਹੁੰਦਾ ਹੈ। ਹਿਆਏ ਕਮਾਏ ਧਿਆਇਆ, ਪਾਇਆ ਸਾਧ ਸਰਣਾ। ਹਿਆਏ ਕਹਿੰਦੇ ਹਿਰਦਾ, ਧਿਆਏ ਧਿਆਣਾ, ਕਮਾਏ ਕਮਾਣਾ, ਤਿੰਨ ਸ਼ਬਦ ਆਏ ਨੇ। ਹਿਆਏ ਕਮਾਏ ਧਿਆਇਆ, ਹਿਰਦੇ ਦੇ ਵਿੱਚ ਕਹਿੰਦੇ ਨੇ ਉਸ ਮਾਲਕ ਦਾ ਧਿਆਨ ਧਾਰਨ ਕਰਕੇ। ਕਮਾਇਆ ਕੀ ਕਮਾਇਆ? ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ। ਜਿਹੜਾ ਕਮਾਈ ਕਰ ਰਿਹਾ ਤੇ ਹਿਰਦੇ ਅੰਦਰ ਉਹਨੂੰ ਵਸਾ ਰਿਹਾ। ਫਿਰ ਪ੍ਰਾਪਤ ਕਿੱਥੋਂ ਹੋਇਆ? ਪਾਇਆ ਸਾਧ ਸਰਣਾ। ਸਾਧ ਕਿਹਨੂੰ ਕਹਿੰਦੇ? ਗੁਰੂ ਨੂੰ। ਗੁਰੂ ਰੂਪੀ ਸਾਧੂ ਜਾਂ ਪ੍ਰਤੱਖ ਰੱਬ ਦੇ ਪਿਆਰੇ ਜਿਹੜੇ ਇੱਕ ਮੇਕ ਨੇ ਵਾਹਿਗੁਰੂ ਦੇ ਨਾਲ, ਉਹ ਫਿਰ ਮਾਰਗ ਦੱਸ ਦਿੰਦੇ ਨੇ। ਕਿਉਂਕਿ ਮਾਰਗ ਜਿਹੜਾ ਹੈ, ਰਸਤਾ ਹੈ, ਇਹ ਸਾਨੂੰ ਗੁਰੂ ਪਾਸੋਂ ਮਿਲਣਾ ਹੈ। ਅਣਜਾਣ ਜੀਵ ਉਹ ਮਾਰਗ ਨਹੀਂ ਦੱਸ ਸਕਦਾ। ਅੱਜ ਕੱਲ੍ਹ ਤਾਂ ਬੜੀ ਗੁਰੂ ਦੀ ਕਿਰਪਾ, ਆਪਾਂ ਜਦੋਂ ਕਿਤੇ ਸਫ਼ਰ ਕਰਨਾ ਹੋਵੇ, ਗੱਡੀ 'ਚ ਜਾਂ ਹੋਰ ਕਿਸੇ ਸਾਧਨ ਰਾਹੀਂ ਜਾ ਰਹੇ ਹਾਂ, ਮੋਬਾਇਲਾਂ ਉੱਤੇ ਆਪਾਂ ਗੁਰੂ ਸਵਾਰਿਓ ਨਕਸ਼ੇ ਬਣੇ ਨੇ, ਆਪਣੇ ਆਪ ਹੀ ਸਾਰੀ ਜਿਹੜੀ ਹੈ ਲੋਕੇਸ਼ਨ ਆ ਜਾਂਦੀ ਹੈ। ਵੈਸੇ ਵੀ ਮੀਲ ਪੱਥਰ ਲੱਗੇ ਹੁੰਦੇ ਨੇ, ਉਹਨਾਂ 'ਤੇ ਲਿਖਿਆ ਹੁੰਦਾ ਕਿ ਆਹ ਜਿਹੜਾ ਆਰੋ ਦਿੱਤਾ ਹੁੰਦਾ ਕਿ ਆਹ ਜਿਹੜਾ ਰਸਤਾ ਹੈ ਇਹ ਫਲਾਣੇ ਪਿੰਡ ਨੂੰ ਜਾ ਰਿਹਾ ਹੈ। ਅਤੇ ਇਹ ਸੌਖੇ ਨੇ ਸਾਧਨ, ਸਾਨੂੰ ਇੱਕ ਮਿਲਿਆ ਹੋਇਆ ਸਾਧਨ ਮਿਲਿਆ ਤਰੀਕਾ ਕਿ ਇਹਦੇ ਰਾਹੀਂ ਜੇ ਆਪਾਂ ਇਹ ਸਹੀ ਮਾਰਗ ਚੱਲਦੇ ਰਹੇ, ਦੇਖ ਦੇਖ ਕੇ ਤੇ ਆਪਾਂ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ।
ਪਰ ਜੇ ਮੰਨ ਲਿਆ ਜਾਵੇ ਕਿ ਸਾਡੇ ਕੁਝ ਨਾ ਹੋਵੇ, ਸਾਨੂੰ ਰਾਸਤੇ ਦਾ ਪਤਾ ਨਾ ਹੋਵੇ, ਬਿਲਕੁਲ ਵੀ ਗਿਆਨ ਨਾ ਹੋਵੇ, ਤੇ ਕਿਸੇ ਨੂੰ ਪੁੱਛੀਏ ਕਿ ਭਾਈ ਸਾਨੂੰ ਆਹ ਜਿਹੜਾ ਮਾਰਗ ਹੈ ਕਿੱਥੇ, ਇਹ ਪਿੰਡ ਕਿੱਥੇ ਹੈ, ਫਲਾਣਾ ਸ਼ਹਿਰ ਕਿੱਥੇ ਹੈ, ਅੱਗੋਂ ਜਿਹਨੂੰ ਪੁੱਛ ਰਿਹਾ ਉਹ ਵੀ ਅਣਜਾਣ, ਉਹ ਉਦੋਂ ਹੀ ਕਹਿ ਦੇ ਕਿ ਇੱਧਰਲੇ ਪਾਸੇ ਨੂੰ ਚਲੇ ਜਾਵੋ। ਜਾਣਾ ਉੱਤਰ ਵਾਲੇ ਪਾਸੇ ਨੂੰ, ਚੱਲ ਗਿਆ ਪੱਛਮ ਵਾਲੇ ਪਾਸੇ ਨੂੰ, ਕੀ ਮੰਜ਼ਿਲ ਤੱਕ ਪਹੁੰਚ ਜਾਵਾਂ? ਨਹੀਂ। ਤੇ ਇਹ ਜਿਹੜਾ ਮਾਰਗ ਹੈ ਉਹੀ ਦੱਸਾ, ਜਿਹੜਾ ਗਿਆਨ, ਜਿਹੜਾ ਆਪ ਜਾਣਦਾ ਹੋਵੇ। ਗੁਰੂ ਸਾਡਾ ਜਿਹੜਾ ਹੈ ਉਸ ਮਾਰਗ ਨੂੰ, ਰਸਤੇ ਨੂੰ ਜਾਣਦਾ ਹੈ ਤੇ ਗੁਰੂ ਦੱਸ ਸਕਦਾ ਹੈ। ਗੁਰੂ ਦੱਸ ਸਕਦਾ, ਗੁਰੂ ਦੇ ਲੜ ਲੱਗੀਏ ਫਿਰ ਸਾਡਾ ਜੀਵਨ ਸਫਲਾ ਹੋਣਾ। ਤੇ ਸਤਿਗੁਰੂ ਕਹਿੰਦੇ ਨੇ ਪਾਇਆ ਸਾਧ ਸਰਣਾ, ਰੱਬ ਦੇ ਪਿਆਰੇ ਸਾਧੂ ਜਨਾਂ ਦੀ ਸ਼ਰਨ ਵਿੱਚ ਆ ਕੇ, ਗੁਰੂ ਰੂਪੀ ਸਾਧੂ ਸ਼ਰਨ ਵਿੱਚ ਆ ਕੇ ਕਹਿੰਦੇ ਉਸ ਮਾਲਕ ਨੂੰ ਫਿਰ ਪ੍ਰਾਪਤ ਕੀਤਾ ਜਾ ਸਕਦਾ ਹੈ। ਬੋਹਿਤ ਨਾਨਕ ਦਿਓ ਗੁਰ, ਜਿਸ ਹਰ ਚੜਾਏ ਤਿਸ ਭਉਜਲ ਤਰਨਾ। ਅਖੀਰਲੀ ਪੰਕਤੀ 'ਚ ਗੁਰੂ ਪਿਤਾ ਜੀ ਬਚਨ ਕਰਦੇ ਨੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕੀ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬੋਹਿਤ ਜਹਾਜ਼ ਦੀ ਨਿਆਈ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ, ਨਾਨਕ ਦਿਓ ਗੁਰ, ਜਿਸ ਚੜਾਏ ਤਿਸ ਭਉਜਲ ਤਰਨਾ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਜਹਾਜ਼ ਦੀ ਨਿਆਈ ਹੈ, ਜਿਹਨੂੰ ਸਤਿਗੁਰੂ ਜੀ ਇਸ ਵਾਹਿਗੁਰੂ ਰੂਪੀ ਜਹਾਜ਼ ਉੱਤੇ ਚੜ੍ਹਾ ਲੈਂਦੇ ਨੇ, ਸਵਾਰ ਕਰ ਲੈਂਦੇ ਨੇ। ਫਿਰ ਉਹ ਤਿਸ ਭਉਜਲ ਤਰਨਾ, ਉਹ ਸੰਸਾਰ ਸਮੁੰਦਰ ਜਿਹੜਾ ਹੈ, ਇਸ ਸੰਸਾਰ ਸਮੁੰਦਰ ਤੋਂ ਉਹਦਾ ਤਰਨਾ ਹੋ ਜਾਂਦਾ, ਭਾਵ ਉਹ ਤੈਰ ਜਾਂਦਾ ਹੈ, ਆਪਣਾ ਲੋਕ ਪਲੋਕ ਉਹਦਾ ਸਵਰ ਜਾਂਦਾ ਹੈ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼। 22ਵੇਂ ਸ਼ਲੋਕ ਦੀ ਵਿਚਾਰ ਸਮਾਪਤ ਹੋਈ ਹੈ। ਦਾਸ ਬੋਧਿਤ ਇੱਕ ਨਹੀਂ, ਅਨੇਕਾਂ ਦਾਤੀਆਂ ਹੋਣਗੀਆਂ, ਸੰਗਤ ਅਤੇ ਸਤਿਗੁਰੂ